ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਸਤਿਕਾਰ ਦੇ ਨਾਲ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਜੋ ਚੱਲ ਰਹੀ ਹੈ, ਅੱਜ ਉਸੇ ਲੜੀਵਾਰ ਵਿਚਾਰ ਦੇ ਤਹਿਤ ਜਪਜੀ ਸਾਹਿਬ ਜੀ ਦੇ ਪਾਵਨ ਸ਼ਲੋਕ ਦੀ ਵਿਚਾਰ ਸਰਵਣ ਕਰਾਂਗੇ। ਸਤਿਗੁਰੂ ਜੀ ਦੇ ਇਸ ਪਾਵਨ ਸ਼ਲੋਕ ਦੇ ਉਪਦੇਸ਼ ਦੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਸ ਪਾਵਨ ਸ਼ਲੋਕ ਦੇ ਵਿੱਚ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਪਿਆਰ ਵਾਲਿਓ, ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਨੇ ਤੇ 2 ਸ਼ਲੋਕ ਨੇ। ਇੱਕ ਸ਼ਲੋਕ ਜਿਹੜਾ ਅਸੀਂ ਜਪਜੀ ਸਾਹਿਬ ਜੀ ਦੇ ਆਰੰਭ ਵਿੱਚ ਪੜ੍ਹ ਕੇ ਆਏ ਹਾਂ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਦੂਸਰਾ ਸ਼ਲੋਕ ਅੱਜ ਇਹ ਹੈ ਜਿਹਦੀ ਵਿਚਾਰ ਅਸੀਂ ਅੱਜ ਸਾਂਝੀ ਕਰਾਂਗੇ।
ਇਸ ਸ਼ਲੋਕ ਦੇ ਨਾਲ ਦਾ ਮਿਲਦਾ ਜੁਲਦਾ ਜਿਹੜਾ ਸ਼ਲੋਕ ਆ ਗੁਰੂ ਅੰਗਦ ਸਾਹਿਬ ਜੀ ਨੇ ਵੀ ਉਚਾਰਨ ਕੀਤਾ ਹੈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਕੁੱਲ 63 ਸ਼ਲੋਕ ਨੇ। ਗੁਰੂ ਅੰਗਦ ਸਾਹਿਬ ਜੀ ਦਾ ਕੋਈ ਸ਼ਬਦ ਨਹੀਂ ਹੈ, ਨਾ ਕੋਈ ਉਹਨਾਂ ਦੀਆਂ ਅਸ਼ਟਪਦੀਆਂ ਨੇ। ਤੇ ਗੁਰੂ ਪਿਆਰ ਵਾਲਿਓ, ਗੁਰੂ ਅੰਗਦ ਸਾਹਿਬ ਜੀ ਦੇ ਕੇਵਲ ਤੇ ਕੇਵਲ 63 ਸ਼ਲੋਕ ਨੇ। ਉਹਨਾਂ ਨੇ ਸਿਰਫ 63 ਸ਼ਲੋਕ ਹੀ ਲਿਖੇ ਆ, ਜਿਨ੍ਹਾਂ ਨੂੰ ਸਤਿਗੁਰੂ ਨੇ ਵੱਖ-ਵੱਖ 12 ਦੇ ਨਾਲ, ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ 22 12 ਨੇ, 21 12 ਗੁਰੂ ਸਾਹਿਬ ਦੀਆਂ, ਇੱਕ ਵਾਰ ਸਿੱਖਾਂ ਦੀ, ਤੇ ਵੱਖੋ ਵੱਖਰੀਆਂ ਵਾਰਾਂ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਸ਼ਲੋਕਾਂ ਨੂੰ ਦਰਜ ਕੀਤਾ ਹੋਇਆ ਹੈ। ਤੇ ਗੁਰੂ ਪਿਆਰ ਵਾਲਿਓ, ਗੁਰੂ ਅੰਗਦ ਸਾਹਿਬ ਜੀ ਨੇ ਜਿਹੜਾ ਸ਼ਲੋਕ ਲਿਖਿਆ ਹੋਇਆ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸ਼ਲੋਕ ਹੈ, ਇਹਨਾਂ ਵਿੱਚ ਥੋੜਾ ਜਿਹਾ ਫਰਕ ਹੈ, ਪਰ ਜਿਹੜੇ ਅਰਥ ਆ ਇਹਨਾਂ ਦੇ ਸੇਮ ਇੱਕੋ ਜਿਹੇ ਹਨ। ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ, ਪਰ ਗੁਰੂ ਅੰਗਦ ਸਾਹਿਬ ਜੀ ਨੇ ਦਿਨਸ ਰਾਤ, ਦਿਵਸ ਦੀ ਜਗ੍ਹਾ ਦਿਨਸ ਵਰਤਿਆ ਆ। ਜਿਵੇਂ ਇਸ ਸ਼ਲੋਕ ਦੇ ਅਖੀਰ ਵਿੱਚ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਪਰ ਗੁਰੂ ਅੰਗਦ ਸਾਹਿਬ ਜੀ ਨੇ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਸਤਿਗੁਰੂ ਜੀ ਨੇ ਹੋਰ ਸ਼ਬਦ ਜਿਹੜਾ ਐਡ ਕੀਤਾ ਹੈ। ਇਹ ਜਿਹੜੀ ਵਿਚਾਰ ਆ, ਇਸ ਗੱਲ ਦਾ ਵੀ ਸਬੂਤ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਗੁਰੂ ਅੰਗਦ ਸਾਹਿਬ ਜੀ ਕੋਲ ਮੌਜੂਦ ਆ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਿਆ ਹੋਵੇਗਾ, ਵਿਚਾਰਿਆ ਸਮਝਿਆ ਹੋਵੇਗਾ, ਫਿਰ ਉਹਨਾਂ ਨੇ ਬਾਣੀ ਨੂੰ ਉਚਾਰਨ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਤਰ੍ਹਾਂ ਇਸ ਸ਼ਲੋਕ ਨੂੰ ਵੀ ਉਚਾਰਨ ਕੀਤਾ ਹੈ। ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਪਾਵਨ ਸ਼ਲੋਕ ਹੈ ਉਹ ਜਿਹੜਾ ਮਾਝ ਕੀ ਵਾਰ ਦੇ ਅੰਦਰ ਦਰਜ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਅੱਜ ਇਸ ਸ਼ਲੋਕ ਦੇ ਵਿੱਚ ਸਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ, ਕੀ ਉਪਦੇਸ਼ ਬਖਸ਼ਿਸ਼ ਕਰਨਾ ਚਾਹੁੰਦੇ ਨੇ, ਇਸ ਵਿਚਾਰ ਨੂੰ ਅਸੀਂ ਸਮਝਣਾ ਹੈ। ਗੁਰੂ ਪਿਆਰ ਵਾਲਿਓ, ਸਤਿਗੁਰੂ ਦੀ ਕਿਰਪਾ ਰਹਿਮਤ ਸਦਕਾ ਜਪਜੀ ਸਾਹਿਬ ਦੀ ਜਿਹੜੀ ਵਿਚਾਰ ਸੀ, ਅਸੀਂ ਇੱਕ ਓੰਕਾਰ ਤੋਂ ਆਰੰਭ ਕੀਤੀ ਸੀ ਤੇ 38 ਪੌੜੀਆਂ ਤੱਕ ਜਿਹੜੀ ਅਸੀਂ ਵਿਚਾਰ ਕੰਪਲੀਟ ਕਰ ਚੁੱਕੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਅੰਦਰ ਇੱਕ ਓੰਕਾਰ ਤੋਂ ਲੈ ਕੇ, ਵੇਖੋ, ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਪਰਮੇਸ਼ਰ ਦੇ ਗੁਣ ਦੱਸੇ। ਪਹਿਲਾਂ ਦੱਸਿਆ ਕਿ ਭਾਈ ਉਹ ਪਰਮਾਤਮਾ ਕਿੱਥੇ ਰਹਿੰਦਾ ਹੈ, ਉਹ ਕਿਸ ਤਰ੍ਹਾਂ ਦਾ ਹੈ, ਉਹ ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਤੇ ਉਹ ਜਿਹੜਾ ਕਿਵੇਂ ਮਿਲਦਾ ਆ, ਗੁਰੂ ਦੀ ਕਿਰਪਾ ਦੇ ਨਾਲ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਵਿਚਾਰ ਰੱਖੀ ਕਿ ਭਾਈ ਜਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੈ, ਜਿਸ ਮਾਲਕ ਵਾਹਿਗੁਰੂ ਦੇ ਗੁਣਾਂ ਨੂੰ ਜੀਵਨ 'ਚ ਵਸਾਉਣਾ ਹੈ, ਉਹ ਇਸ ਤਰ੍ਹਾਂ ਦਾ ਹੈ। ਸਾਡੇ ਸਾਹਮਣੇ ਇੱਕ ਤਸਵੀਰ ਬਣਾ ਦਿੱਤੀ ਕਿ ਭਾਈ ਆ ਜਿਹੜੇ ਗੁਣ ਨੇ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਹੈ, ਪਰ ਜੇਕਰ ਇਹਨਾਂ ਗੁਣਾਂ ਨੂੰ ਤੂੰ ਜੀਵਨ ਵਿੱਚ ਵਸਾ ਲਵੇਂ ਤੇ ਤੇਰਾ ਜੀਵਨ ਸਚਿਆਰਾ ਬਣ ਜਾਵੇਗਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਉਹ ਵੀ ਵਿਚਾਰਾਂ ਦਿੱਤੀਆਂ ਕਿ ਇਸ ਅਕਾਲ ਪੁਰਖ ਜਿਹੜਾ ਗੁਰੂ ਨਾਨਕ ਦਾ ਰੱਬ ਹੈ, ਗੁਰੂ ਨਾਨਕ ਨੇ ਸਾਡੇ ਸਾਹਮਣੇ ਰੱਖ ਦਿੱਤਾ ਕਿ ਭਾਈ ਆਹ ਗੁਣ ਨੇ, ਇਹ ਗੁਣ ਜੀਵਨ 'ਚ ਵਸਾ ਲਾ, ਤੇਰਾ ਜੀਵਨ ਰੱਬ ਦਾ ਰੂਪ ਹੋ ਜਾਵੇਗਾ। ਉੱਥੇ ਪਾਤਸ਼ਾਹ ਜੀ ਨੇ ਹੋਰ ਜਿਹੜੇ ਧਰਮ ਦੇ, ਜਿਹੜੇ ਮਤ ਦੇ ਲੋਕ ਸੀ, ਜਿਹੜੇ ਵਹਿਮਾਂ ਭਰਮਾਂ ਪਖੰਡਾਂ 'ਚ ਜਿਹੜੇ ਲੋਕਾਂ ਨੂੰ ਸਹੀ ਰਾਹ ਤੋਂ ਗੁੰਮਰਾਹ ਕਰ ਰਹੇ ਸੀ, ਰੱਬ ਦਾ ਸਹੀ ਰਸਤਾ ਨਹੀਂ ਦੱਸ ਰਹੇ ਸੀ, ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀਆਂ ਵਿਚਾਰਾਂ ਵੀ ਦਸੀਆਂ ਕਿ ਭਾਈ ਉਹ ਰੱਬ, ਕੋਈ ਕਹਿੰਦਾ ਭਾਈ ਤੂੰ ਮੌਨ ਧਾਰਨ ਕਰ, ਕੋਈ ਕਹਿੰਦਾ ਸੁਚਮਤਾ ਰੱਖ, ਕੋਈ ਕਹਿੰਦਾ ਭੁੱਖਾ ਰਹਿ, ਕੋਈ ਕਹਿੰਦਾ ਪਦਾਰਥ ਇਕੱਠੇ ਕਰ ਲਾ। ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਸ ਪਰਮੇਸ਼ਰ ਦੇ ਹੁਕਮ ਦੀ ਗੱਲ ਕੀਤੀ ਕਿ ਉਹ ਹੁਕਮ, ਉਹਦਾ ਹੁਕਮ ਸਾਰੇ ਸੰਸਾਰ ਵਿੱਚ ਵਰਤ ਰਿਹਾ ਆ, ਉਹਦੇ ਹੁਕਮ ਤੋਂ ਵਾਂਝਾ ਕੋਈ ਨਹੀਂ ਹੈ, ਸਾਰੇ ਜੀਵ ਉਹਦੇ ਹੁਕਮ ਵਿੱਚ ਪੈਦਾ ਹੁੰਦੇ ਨੇ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਕੋਈ ਮਨੁੱਖ ਕਿਸ ਤਰ੍ਹਾਂ ਗਾ ਰਿਹਾ, ਕੋਈ ਦਾਤਾਂ ਨੂੰ ਯਾਦ ਕਰਕੇ ਗਾ ਰਿਹਾ ਆ, ਕੋਈ ਆਪਣੇ ਗਿਆਨ ਦੇ ਦੁਆਰਾ ਮਾਲਕ ਦੀ ਸਿਫਤ ਕਰ ਰਿਹਾ, ਵਡਿਆਈ ਕਰ ਰਿਹਾ ਆ। ਪਾਤਸ਼ਾਹ ਜੀ ਨੇ ਫਿਰ ਵਿਚਾਰ ਰੱਖੇ ਕਿ ਭਾਈ
ਜਿਹੜਾ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸੁਣੇਗਾ ਉਹਦੇ ਜੀਵਨ 'ਚ ਚੇਂਜ ਤਬਦੀਲੀ ਆਵੇਗੀ, ਖੇੜਾ ਆਵੇਗਾ, ਦੁੱਖਾਂ ਪਾਪਾਂ ਦਾ ਨਾਸ਼ ਹੋਵੇਗਾ। ਪਾਤਸ਼ਾਹ ਜੀ ਨੇ ਫਿਰ ਮੰਨਣ ਦੀ ਗੱਲ ਕੀਤੀ ਕਿ ਜੇਕਰ ਤੂੰ ਮੰਨ ਲਵੇਂਗਾ ਤੇ ਤੇਰੇ ਜੀਵਨ ਦੇ ਅੰਦਰ ਤੈਨੂੰ ਮੁਕਤੀ ਦਾ ਦਰਵਾਜ਼ਾ ਮਿਲ ਜਾਵੇਗਾ, ਤੇਰੀ ਸੁਰਤ ਉੱਚੀ ਹੋ ਜਾਵੇਗੀ, ਤੇਰਾ ਜੀਵਨ ਵਿਕਾਰਾਂ ਤੋਂ ਬਚ ਜਾਵੇਗਾ। ਤੇ ਜਿਨ੍ਹਾਂ ਨੇ ਮੰਨ ਲਿਆ ਉਹਨਾਂ ਦੀ ਅਵਸਥਾ ਸਾਡੇ ਸਾਹਮਣੇ ਰੱਖੀ ਕਿ ਭਾਈ ਉਹਨਾਂ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਉਹਨਾਂ ਦਾ ਜੀਵਨ ਉੱਚਾ ਬਣ ਜਾਂਦਾ ਆ। ਫਿਰ ਉਹ ਜੀਵਨ ਦੇ ਵਿੱਚ ਪੰਜ ਜਨ ਬਣ ਜਾਂਦੇ ਨੇ, ਉਹ ਪ੍ਰਵਾਨ ਹੋ ਜਾਂਦੇ ਨੇ। ਤੇ ਜੇਕਰ ਜੇ ਕੋ ਬੂਝੇ ਹੋਵੇ ਸਚਿਆਰ, ਉਹਨਾਂ ਨੂੰ ਸਮਝ ਲੱਗ ਜਾਂਦੀ ਇਸ ਗੱਲ ਦੀ ਕਿ ਭਾਈ ਇਸ ਧਰਤੀ ਨੂੰ ਕਿਸੇ ਬਲਦ ਨੇ ਨਹੀਂ ਚੱਕਿਆ ਹੋਇਆ, ਤੇ ਅਸਲ ਵਿੱਚ ਇਸ ਧਰਤੀ ਨੂੰ ਜਿਹੜਾ ਸਹਾਰਾ ਦੇਣ ਵਾਲਾ ਵੀ ਉਹ ਮਾਲਕ ਆਪ ਹੀ ਵਾਹਿਗੁਰੂ ਹੈ। ਤੇ ਪਾਤਸ਼ਾਹ ਜੀ ਨੇ ਉੱਥੇ ਬਾਣੀ ਜਦੋਂ ਜਿਵੇਂ ਜਿਵੇਂ ਮਨੁੱਖ ਨਾ ਸਟੈਪ ਬਾਈ ਅੱਗੇ ਪੌੜੀ ਪੜ੍ਹਦਾ ਜਾਂਦਾ ਆ ਤੇ ਗੁਰੂ ਪਿਆਰ ਵਾਲੇ ਉਹਨੂੰ ਸਮਝ ਆਉਂਦੀ ਜਾਂਦੀ ਆ, ਉਹਦੇ ਜੀਵਨ ਦੇ ਅੰਦਰ ਪ੍ਰਕਾਸ਼ ਹੁੰਦਾ ਜਾਂਦਾ ਆ, ਉਹਦਾ ਜਿਹੜੀ ਮਤ ਦਾ ਜਿਹੜਾ ਘੇਰਾ ਨਾ ਉਹ ਵਿਸ਼ਾਲ ਹੁੰਦਾ ਜਾਂਦਾ ਆ, ਵੱਡਾ ਦਾਇਰਾ ਹੁੰਦਾ ਜਾਂਦਾ ਆ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਸ ਮਾਲਕ ਦੀ ਵਿਚਾਰ ਰੱਖੀ ਕਿ ਉਹ ਪਰਮਾਤਮਾ ਜਿਹੜਾ ਅਸੰਖ ਜਪ ਅਸੰਖ ਭਾਉ, ਕਿ ਸੰਸਾਰ ਵਿੱਚ ਪਤਾ ਨਹੀਂ ਕਿੰਨੇ ਜਪੀ ਤਪੀ ਆ, ਕਿੰਨੇ ਰਿਸ਼ੀ ਮੁਨੀ ਆ ਜਿਹੜੇ ਉਹਨੂੰ ਜਪ ਰਹੇ ਨੇ। ਤੇ ਮਾਲਕ ਨੇ ਉੱਥੇ ਉਹ ਵੀ ਵਿਚਾਰ ਰੱਖੀ ਕਿ ਭਾਈ ਅਸੰਖ ਮੂਰਖੰਦ ਘੋਰ, ਪਤਾ ਨਹੀਂ ਕਿੰਨੇ ਮੂਰਖ ਲੋਕ ਨੇ, ਕਿੰਨੇ ਚੋਰ ਨੇ, ਕਿੰਨੇ ਜਿਹੜੇ ਅਗਿਆਨਤਾ ਵਸ ਦੂਜਿਆਂ ਦਾ ਹੱਕ ਮਾਰ ਰਹੇ ਨੇ। ਤੇ ਪਾਤਸ਼ਾਹ ਕਹਿੰਦੇ ਉੱਥੇ ਹੀ ਕਹਿੰਦੇ ਅਸੰਖ ਨਾਮ ਅਸੰਖ ਥਾਮ, ਕਿ ਉਹਦਾ ਨਾਮ ਲੈਣ ਵਾਲੇ ਆ, ਪਤਾ ਨਹੀਂ ਉਹਦੀਆਂ ਕਿੰਨੀਆਂ ਥਾਵਾਂ ਕਿੰਨੇ ਟਿਕਾਣੇ ਨੇ ਮਾਲਕ ਦੇ। ਤੇ ਪਾਤਸ਼ਾਹ ਜੀ ਕਹਿੰਦੇ ਇਹ ਅਸੰਖ ਸ਼ਬਦ ਵਰਤਣਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਵਾਸਤੇ ਕਾਫੀ ਨਹੀਂ ਹੈ। ਕਹਿੰਦੇ ਜਿਹੜਾ ਅਸੰਖ ਸ਼ਬਦ ਵੀ ਵਰਤਦਾ ਨਾ ਉਹ ਵੀ ਆਪਣੇ ਜੀਵਨ ਅੰਦਰ ਭਾਰ ਹੀ ਲੈਂਦਾ ਆ, ਉਹਦੇ ਸਿਰ ਉੱਤੇ ਭਾਰ ਹੀ ਚੜ੍ਹਦਾ ਆ। ਪਰ ਪਾਤਸ਼ਾਹ ਜੀ ਕਹਿੰਦੇ ਨੇ ਮਜਬੂਰੀ ਬਸ ਅੱਖਰਾਂ ਨੂੰ ਵਰਤਣਾ ਪੈ ਰਿਹਾ, ਕਿਉਂਕਿ ਅੱਖਰਾਂ ਦੇ ਰਾਹੀਂ ਸ਼ਬਦਾਂ ਦੇ ਰਾਹੀਂ ਉਹਦੇ ਬਾਰੇ ਕੁਝ ਜਿਹੜਾ ਬਿਆਨ ਕੀਤਾ ਜਾ ਸਕਦਾ, ਉਹਦੀ ਵਡਿਆਈ ਕੀਤੀ ਜਾ ਸਕਦੀ, ਉਹਦੀ ਸਿਫਤ ਸਲਾਹ ਕੀਤੀ ਜਾ ਸਕਦੀ। ਪਾਤਸ਼ਾਹ ਜੀ ਨੇ ਫਿਰ ਉੱਥੇ ਸਾਡੇ ਜੀਵਨ ਅੰਦਰ ਜਿਹੜੀ ਮੱਤ ਸਾਡੀ ਮੈਲੀ ਹੋਈ ਪਈ ਸੀ, ਪਾਪਾਂ ਦੇ ਨਾਲ ਭਰੀ ਸੀ, ਮਾਲਕ ਨੇ ਤਰੀਕਾ ਦੱਸਿਆ ਕਿ ਭਾਈ ਜਿਵੇਂ ਤੂੰ ਕੱਪੜੇ ਧੋਣਾ ਵਸਤਰ ਧੋਣਾ ਤੇ ਇਸੇ ਤਰ੍ਹਾਂ ਹੀ ਤੂੰ ਆਪਣੀ ਮੱਤ ਨੂੰ ਵੀ ਮਾਲਕ ਦੇ ਨਾਮ ਦੇ ਦੁਆਰਾ ਧੋ, ਤੇ ਫਿਰ ਤੇਰੇ ਜੀਵਨ ਅੰਦਰ ਇਹ ਪਾਪ ਤੇ ਪੁੰਨ ਵਾਲੇ ਕਰਮ ਜਿਹੜਾ ਤੂੰ ਬੀਜੇਗਾ ਉਹ ਤੈਨੂੰ ਫਲ ਪ੍ਰਾਪਤ ਹੋਵੇਗਾ। ਚੰਗਾ ਬੀਜੇਗਾ ਤੇਰਾ ਜੀਵਨ ਪੁੰਨ ਵਾਲਾ ਬਣੇਗਾ, ਜੇ ਮਾੜਾ ਬੀਜੇਗਾ ਤੇਰਾ ਜੀਵਨ ਪਾਪੀ ਬਣ ਜਾਵੇਗਾ। ਪਾਤਸ਼ਾਹ ਨੇ ਫਿਰ ਸਾਡੇ ਸਾਹਮਣੇ ਵਿਚਾਰ ਰੱਖੀ, ਜਿਹੜੇ ਲੋਕ ਮੰਨਦੇ ਸੀ ਭਾਈ ਤੀਰਥਾਂ ਤੇ ਜਾਣ ਦੇ ਨਾਲ, ਤਪ ਕਰਨ ਦੇ ਨਾਲ, ਦਇਆ ਦਾਨ ਪੁੰਨ ਕਰਨ ਦੇ ਨਾਲ ਕੁਛ ਹੁੰਦਾ ਆ। ਪਾਤਸ਼ਾਹ ਜੀ ਕਹਿੰਦੇ ਤੈਨੂੰ ਵਡਿਆਈ ਸਿਰਫ ਤਿਲ ਮਾਤਰ ਹੀ ਮਿਲਣੀ ਸੀ, ਹੋਰ ਕੁਛ ਵੀ ਪ੍ਰਾਪਤ ਨਹੀਂ ਹੋਣਾ, ਕਿਉਂਕਿ ਮਨੁੱਖ ਤੀਰਥਾਂ ਤਪ ਦਇਆ ਦਾਨ ਪੁੰਨ ਕਰਕੇ ਵਡਿਆਈ ਪ੍ਰਾਪਤ ਕਰਦਾ ਕਿ ਭਾਈ ਲੋਕ ਵਡਿਆਈ ਕਰਦੇ ਨੇ, ਲੋਕ ਜਿਹੜੇ ਉਹਦੀ ਸਿਫਤ ਕਰਦੇ ਨੇ, ਤੇ ਉਸੇ ਵਿੱਚ ਹੀ ਜਿਹੜਾ ਉੱਥੇ ਰੁਕ ਕੇ ਬਹਿ ਜਾਂਦਾ ਆ, ਉਹਦੇ ਵਿੱਚ ਹੀ ਫਸ ਕੇ ਬਹਿ ਜਾਂਦਾ। ਤੇ ਪਾਤਸ਼ਾਹ ਜੀ ਕਹਿੰਦੇ ਨੇ ਉੱਥੇ ਸਤਿਗੁਰੂ ਨੇ ਸਾਨੂੰ ਜਿਹੜੀਆਂ ਵੱਖੋ ਵੱਖਰੇ ਵਿਸ਼ਿਆਂ ਤੇ ਵਿਚਾਰ, ਵੱਖੋ ਵੱਖਰੀਆਂ ਵਿਚਾਰਾਂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਤੇ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਉਸ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾਮ ਅਮੁੱਲ ਹੈ, ਜਿਹਦਾ ਦਰ ਘਰ ਜਿਹੜਾ ਸਾਰਾ ਸੰਸਾਰ ਹੈ, ਜਿਹਨੂੰ ਗਾਉਣ ਵਾਲੇ ਬੜੇ ਆ, ਪਰ ਅਸਲ ਵਿੱਚ ਉਸ ਪਰਮਾਤਮਾ ਨੂੰ ਉਹੀ ਭਾਉਂਦੇ ਨੇ ਜਿਹੜੇ ਉਹਦੇ ਚੰਗੇ ਲੱਗਦੇ ਨੇ, ਜਿਹੜੇ ਉਹਦੇ ਨਾਮ ਦੇ ਰੰਗ ਵਿੱਚ ਰਤੇ ਹੋਏ ਆ। ਪਾਤਸ਼ਾਹ ਜੀ ਦਾ ਬਾਣੀ ਦਾ ਬਚਨ ਆ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਵਿਚਾਰ ਨੂੰ ਸੱਚ ਕਰਕੇ ਮੰਨ ਲਿਆ, ਉਹਨਾਂ ਦਾ ਗਾਇਆ ਹੋਇਆ ਸੁਣਿਆ ਹੋਇਆ ਜਿਹੜਾ ਲੇਖੇ ਵਿੱਚ ਲੱਗਦਾ ਹੈ। ਉੱਥੇ ਗੁਰੂ ਪਿਆਰ ਵਾਲਿਓ ਸਤਿਗੁਰ ਨੇ ਫਿਰ ਸਾਡੇ ਸਾਹਮਣੇ 4 ਪੌੜੀਆਂ ਰੱਖੀਆਂ, ਜਿਹਦੇ ਵਿੱਚ ਪਾਤਸ਼ਾਹ ਜੀ ਨੇ ਜੋਗੀਆਂ ਦੀ ਗੱਲ ਕੀਤੀ, ਜੋਗੀਆਂ ਦੇ ਜੀਵਨ ਦੀ ਗੱਲ ਕੀਤੀ। ਉੱਥੇ ਪਾਤਸ਼ਾਹ ਜੀ ਨੇ ਸਾਨੂੰ ਆਖਿਆ ਕਿ ਭਾਈ ਕੇਵਲ ਮੁੰਦਰਾਂ ਪਾਉਣ ਦੇ ਨਾਲ, ਪਹਿਰਾਵਾ ਪਾਉਣ ਦੇ ਨਾਲ, ਭੇਸ ਧਾਰਨ ਕਰਨ ਦੇ ਨਾਲ ਤੇਰਾ ਜੀਵਨ ਧਰਮੀ ਨਹੀਂ ਬਣ ਸਕਦਾ। ਜੇਕਰ ਤੂੰ ਸੰਤੋਖ ਨੂੰ, ਆਪਣੇ ਜੀਵਨ ਅੰਦਰ ਮਿਹਨਤ ਨੂੰ, ਉਦਮ ਨੂੰ, ਗਿਆਨ ਨੂੰ, ਜੇਕਰ ਤੇਰੀ ਸੁਰਤ ਉਸ ਮਾਲਕ ਨਾਲ ਨਹੀਂ ਜੁੜੀ, ਫਿਰ ਤੇਰਾ ਜੀਵਨ ਧਰਮੀ ਨਹੀਂ। ਪਰ ਜੇਕਰ ਇਹਨਾਂ ਗੁਣਾਂ ਨੂੰ ਜੀਵਨ 'ਚ ਵਸਾ ਲਵੇਂ
ਤੇਰਾ ਜੀਵਨ ਧਰਮੀ ਬਣ ਜਾਵੇਗਾ। ਤੇ ਇੱਕ ਅਕਾਲ ਪੁਰਖ ਅੱਗੇ ਆਪਣਾ, ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਨਮਸਕਾਰ ਕਰ, ਉਹਨੂੰ ਪ੍ਰਣਾਮ ਕਰ। ਪਾਤਸ਼ਾਹੀ ਨੇ ਫਿਰ ਸਾਡੇ ਸਾਹਮਣੇ ਵਿਚਾਰ ਰੱਖੀ ਕਿ ਭਾਈ ਕੇਵਲ ਇੱਕ ਜੀਵ ਦੇ ਨਾਲ, ਸਗੋਂ ਤੂੰ ਭਾਵੇਂ 20 ਲੱਖ ਜੀਵਾਂ ਦੇ ਵੀ ਨਾਲ ਉਹਦੇ ਨਾਮ ਨੂੰ ਜਪ। ਕਹਿੰਦੇ ਉਹਨੂੰ ਭਾਵੇਂ ਜਿੰਨਾ ਮਰਜ਼ੀ ਯਾਦ ਕਰ, ਪਰ ਜੇਕਰ ਤੇਰੇ ਜੀਵਨ ਵਿੱਚ ਹਉਮੈ ਨਹੀਂ ਗਈ, ਮੈਂ ਮੇਰੀ ਨਹੀਂ ਖਤਮ ਹੋਈ, ਆਪਾ ਭਾਵ ਨਹੀਂ ਖਤਮ ਹੋਇਆ, ਮਾਲਕ ਜੀ ਕਹਿੰਦੇ ਫਿਰ ਇਹ ਗਿਣਤੀਆਂ ਮਿਣਤੀਆਂ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ। ਪਾਤਸ਼ਾਹ ਨੇ ਉੱਥੇ ਫਿਰ ਜਿਵੇਂ ਮਨੁੱਖ ਨੂੰ ਹਉਮੈ ਖਤਮ ਹੁੰਦੀ ਜਾਂਦੀ ਆ, ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਆਖਣ ਜੋਰ ਚੁੱਪੈ ਨੇ ਜ਼ੋਰ, ਕਿ ਜਿਹੜਾ ਮੈਨੂੰ ਬੋਲਣ ਵਿੱਚ ਜ਼ੋਰ ਦਿੱਤਾ ਹੋਇਆ, ਚੁੱਪ ਰਹਿਣ 'ਚ ਜ਼ੋਰ, ਇਹ ਤਾਕਤ ਜਿਹੜੀ ਬਖਸ਼ੀ ਆ ਉਸ ਮਾਲਕ ਨੇ ਬਖਸ਼ੀ ਆ। ਫਿਰ ਗੁਰੂ ਪਿਆਰ ਵਾਲੇ, ਫਿਰ ਮਨੁੱਖ ਆਪਣੇ ਜੀਵਨ ਦੇ ਅੰਦਰ ਉਸ ਮੈਂ ਮੇਰੀ ਨੂੰ ਤਿਆਗ ਕੇ ਉਸ ਮਾਲਕ ਵਾਹਿਗੁਰੂ ਦੇ ਸ਼ਰਨ ਵਿੱਚ ਜੁੜਦਾ ਹੈ। ਫਿਰ ਉਹਦੇ ਜੀਵਨ ਦੇ ਵਿੱਚ ਅਵਸਥਾਵਾਂ ਸ਼ੁਰੂ ਹੋ ਜਾਂਦੀਆਂ ਨੇ, ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸ਼ਰਮ ਖੰਡ, ਫਿਰ ਕਰਮ ਖੰਡ, ਫਿਰ ਜੀਵਨ ਜਿਹੜਾ ਸੱਚਖੰਡ ਬਣ ਜਾਂਦਾ ਆ। ਜਦੋਂ ਜੀਵਨ ਸੱਚਖੰਡ ਬਣ ਗਿਆ, ਫਿਰ ਗੁਰੂ ਪਿਆਰ ਵਾਲੇ ਉਹਨੂੰ ਸਾਰੇ ਪਾਸੇ, ਹਰੇਕ ਜਗ੍ਹਾ, ਹਰੇਕ ਥਾਂ ਉਸ ਅਕਾਲ ਪੁਰਖ ਵਾਹਿਗੁਰੂ, ਉਹ ਹਰੇਕ ਥਾਂ ਉਹਦਾ ਹੀ ਰੂਪ ਨਜ਼ਰ ਆਉਂਦਾ ਆ, ਹਰੇਕ ਨੂੰ ਉਹਦਾ ਰੂਪ ਸਮਝਦਾ ਆ। ਕੁਦਰਤ ਵਿੱਚ ਵੀ, ਸਾਰੇ ਸੰਸਾਰ ਦੇ ਜੀਵਾਂ ਵਿੱਚ ਵੀ ਉਸ ਪਰਮੇਸ਼ਰ ਵਾਹਿਗੁਰੂ ਨੂੰ ਵੇਖਦਾ। ਤੇ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਫਿਰ ਜਿਵੇਂ ਕੱਲ੍ਹ ਦੇ ਦੀਵਾਨਾਂ 'ਚ ਵਿਚਾਰ ਕੀਤੀ ਕਿ ਇੱਕ ਸੁਨਿਆਰੇ ਦੀ ਦੁਕਾਨ ਦੀ ਉਦਾਹਰਨ ਲੈ ਕੇ ਸਾਡੇ ਜੀਵਨ ਨੂੰ ਵੀ ਪਾਤਸ਼ਾਹ ਨੇ ਵਿਚਾਰ ਰੱਖੀ ਕਿ ਭਾਈ ਜਿਵੇਂ ਸੁਨਿਆਰਾ ਸੋਨੇ ਨੂੰ ਘੜਦਾ, ਗਹਿਣਾ ਘੜਦਾ ਆ, ਗਹਿਣਾ ਬਣਾਉਂਦਾ, ਤਿਆਰ ਕਰਦਾ, ਉਹਦੀ ਕੀਮਤ ਪੈਂਦੀ ਆ, ਇਸੇ ਤਰ੍ਹਾਂ ਭਲਿਆ ਗੁਰੂ ਦੇ ਸ਼ਬਦ ਦੁਆਰਾ ਆਪਣੇ ਜੀਵਨ ਨੂੰ ਘੜ। ਜਿਵੇਂ ਸੁਨਿਆਰੇ ਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ ਕਿ ਆ ਚੀਜ਼ਾਂ ਸੁਨਿਆਰੇ ਦੇ ਕੋਲ ਹੁੰਦੀਆਂ, ਜਦੋਂ ਉਹ ਗਹਿਣਾ ਬਣਾਉਂਦਾ, ਸੋਨੇ ਨੂੰ ਢਾਲਦਾ, ਉਹਨੂੰ ਤਿਆਰ ਕਰਦਾ ਆ। ਤੇ ਪਾਤਸ਼ਾਹ ਨੇ ਆਖਿਆ ਭਾਈ ਤੇਰੇ ਜੀਵਨ ਅੰਦਰ ਆ ਚੀਜ਼ਾਂ ਚਾਹੀਦੀਆਂ ਨੇ, ਇਹ ਗੁਣ ਜਤ, ਧੀਰਜ, ਭਉ, ਪ੍ਰੇਮ, ਅੰਮ੍ਰਿਤ ਨਾਮ, ਇਹ ਸਾਰਾ ਕੀ ਆ? ਉਦਮ। ਇਹ ਕੀ ਆ? ਇਹ ਸਾਰੇ ਗੁਣ ਨੇ ਜਿਨ੍ਹਾਂ ਦੁਆਰਾ ਤੇਰਾ ਜੀਵਨ ਸ਼ਬਦ ਦੁਆਰਾ ਘੜਿਆ ਜਾਣਾ ਆ। ਫਿਰ ਤੇਰਾ ਜੀਵਨ ਜਦੋਂ ਘੜਿਆ ਗਿਆ, ਤੇਰਾ ਜੀਵਨ ਸਮਝ ਵਾਲਾ ਬਣ ਜਾਵੇਗਾ, ਤੇਰਾ ਜੀਵਨ ਸਚਿਆਰਾ ਬਣ ਜਾਵੇਗਾ। ਤੇ ਪਾਤਸ਼ਾਹ ਜੀ ਅੱਜ ਪਾਵਨ ਸ਼ਲੋਕ ਦੇ ਵਿੱਚ ਕੀ ਵਿਚਾਰ ਰੱਖਦੇ ਨੇ? ਮਾਲਕ ਜੀ ਬਚਨ ਕਰਦੇ ਨੇ, ਪਵਨ ਗੁਰੂ ਪਾਣੀ ਪਿਤਾ। ਗੁਰੂ ਪਿਆਰ ਵਾਲਿਓ, ਸਾਡਾ ਗੁਰੂ ਕੌਣ ਹੈ? ਅਸੀਂ ਹਰ ਰੋਜ਼ ਪੜ੍ਹਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਪਰ ਪਾਤਸ਼ਾਹ ਜੀ ਕਹਿੰਦੇ ਪਵਨ ਗੁਰੂ। ਮਾਲਿਕ ਜੀ ਕਹਿੰਦੇ ਪਵਨ ਦਾ ਅਰਥ ਕੀ ਹੈ? ਹਵਾ। ਕਹਿੰਦੇ ਜਿਵੇਂ ਹਵਾ ਮਨੁੱਖ ਦੇ ਵਾਸਤੇ ਜ਼ਰੂਰੀ ਹੈ, ਆਕਸੀਜਨ ਜ਼ਰੂਰੀ ਹੈ, ਹਵਾ ਤੋਂ ਬਗੈਰ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਮਾਲਿਕ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੀ ਗੁਰੂ ਵੀ ਮਨੁੱਖ ਦੇ ਵਾਸਤੇ ਜ਼ਰੂਰੀ ਹੈ। ਕਹਿੰਦੇ ਗੁਰੂ, ਜੇਕਰ ਜੀਵਨ 'ਚ ਗੁਰੂ ਨਹੀਂ ਹੈ, ਤੇਰਾ ਜੀਵਨ ਅਗਿਆਨਤਾ ਨਾਲ ਭਰਿਆ ਹੋਇਆ ਆ। ਜੇਕਰ ਸਾਨੂੰ ਆਕਸੀਜਨ ਨਾ ਮਿਲੇ, ਹਵਾ ਨਾ ਮਿਲੇ, ਮਨੁੱਖ ਮਰ ਜਾਂਦਾ, ਸਰੀਰਕ ਤੌਰ ਤੇ ਡੈਡ ਹੋ ਜਾਂਦਾ ਆ। ਤੇ ਇਸੇ ਤਰ੍ਹਾਂ ਗੁਰੂ ਪਿਆਰ ਵਾਲੇ, ਜਦੋਂ ਸਾਨੂੰ ਗੁਰੂ ਨਹੀਂ ਪ੍ਰਾਪਤ ਹੁੰਦਾ, ਜਦੋਂ ਅਸੀਂ ਸ਼ਬਦ ਗੁਰੂ ਨਾਲ ਨਹੀਂ ਜੁੜਦੇ, ਜਦੋਂ ਗੁਰੂ ਦੀ ਮੱਤ ਨਾਲ ਨਹੀਂ ਜੁੜਦੇ, ਤੇ ਸਾਡਾ ਜੀਵਨ ਵੀ ਜਿਹੜਾ ਆਤਮਿਕ ਤੌਰ ਉੱਤੇ ਅਸੀਂ ਡੈਡ ਹੋ ਜਾਂਦੇ ਆ, ਜ਼ਮੀਰ ਕਰਕੇ ਮਰ ਜਾਂਦੇ ਆ। ਜਿਸ ਤਰ੍ਹਾਂ ਸਰੀਰਕ ਪ੍ਰਾਣਾ ਵਾਸਤੇ, ਸਰੀਰ ਵਾਸਤੇ ਹਵਾ ਜ਼ਰੂਰੀ ਹੈ, ਇਸੇ ਤਰ੍ਹਾਂ ਹੀ ਆਤਮਿਕ ਜੀਵਨ ਵਾਸਤੇ ਵੀ ਕਹਿੰਦੇ ਗੁਰੂ ਜ਼ਰੂਰੀ ਆ। ਇਸ ਕਰਕੇ ਪਹਿਲੇ ਸਮਿਆਂ ਵਿੱਚ ਕਈ ਧਰਮਾਂ ਮੱਤਾਂ ਦੇ ਅੰਦਰ ਜਿਹੜਾ ਪਵਨ ਹਵਾ ਨੂੰ ਗੁਰੂ ਮੰਨਿਆ ਜਾਂਦਾ ਆ, ਕਿਉਂਕਿ ਗੁਰੂ ਪਿਆਰ ਵਾਲੇ ਹਵਾ ਤੋਂ ਬਗੈਰ, ਆਕਸੀਜਨ ਤੋਂ ਬਗੈਰ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਪਰ ਗੁਰੂ ਪਿਆਰ ਵਾਲੇ ਜੇਕਰ ਮਨੁੱਖ ਪਾਣੀ ਨਾ ਪੀਵੇ ਤਾਂ ਵੀ ਨਹੀਂ ਜਿਉਂਦਾ ਰਹਿ ਸਕਦਾ। ਪਰ ਗੁਰੂ ਪਿਆਰ ਵਾਲਿਓ, ਹਵਾ ਇੱਕ 5 ਮਿੰਟ ਵਾਸਤੇ ਵੀ ਬੰਦ ਹੋ ਜਾਵੇ ਨਾ, ਤੇ ਸਾਰੀ ਧਰਤੀ ਤੇ ਲਾਸ਼ਾਂ ਵਿਛ ਜਾਣ। ਆਕਸੀਜਨ ਇੰਨੀ ਜ਼ਰੂਰੀ ਸਾਡੇ ਵਾਸਤੇ। ਤੇ ਇਸੇ ਤਰ੍ਹਾਂ ਮਾਲਿਕ ਜੀ ਕਹਿੰਦੇ ਨੇ ਪਵਨ ਗੁਰੂ, ਕਹਿੰਦੇ ਜਿਸ ਤਰ੍ਹਾਂ ਸਾਡੇ ਸਰੀਰਕ ਜਿੰਦ ਵਾਸਤੇ, ਇਸ ਸਰੀਰ ਵਾਸਤੇ, ਇਹਨਾਂ ਪ੍ਰਾਣਾਂ ਵਾਸਤੇ ਹਵਾ ਜ਼ਰੂਰੀ ਹੈ, ਇਸੇ ਤਰ੍ਹਾਂ ਹੀ ਕਹਿੰਦੇ ਗੁਰੂ, ਇੱਕ ਗੁਰਸਿੱਖ ਵਾਸਤੇ ਜੀਵਨ ਦੇ ਅੰਦਰ ਗੁਰੂ ਵੀ ਜ਼ਰੂਰੀ ਹੈ। ਪਾਤਸ਼ਾਹੀ ਦਾ ਬਚਨ ਆ,
ਮਾਲਿਕ ਜੀ ਕਹਿੰਦੇ ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ। ਕਹਿੰਦੇ ਗੁਰੂ ਜਿਹੜਾ ਉਹ ਵੀ ਮਨੁੱਖ ਨੂੰ ਜਿਉਂਦਾ ਕਰਦਾ ਹੈ। ਕਿਵੇਂ ਕਰਦਾ ਆ? ਗੁਰੂ ਜਿਹੜਾ ਆਤਮਿਕ ਤੌਰ ਤੇ ਜਿਉਂਦਾ। ਮਿਰਤਕ ਕੋ ਪਾਇਓ ਤਨ ਸਾਸਾ, ਕਹਿੰਦੇ ਜਿਹੜਾ ਮਨੁੱਖ ਆਤਮਿਕ ਤੌਰ ਉਤੇ ਮਰਿਆ ਹੋਇਆ, ਜਮੀਰ ਕਰਕੇ ਮਰਿਆ ਹੋਇਆ ਨਾ, ਗੁਰੂ ਆਪਣੀ ਮੱਤ ਦੇ ਕੇ, ਆਪਣਾ ਨਾਮ ਦੇ ਕੇ ਉਸ ਮਨੁੱਖ ਨੂੰ ਆਤਮਿਕ ਤੌਰ ਤੇ ਜਿਉਂਦਾ ਕਰ ਦਿੰਦਾ ਹੈ। ਉਹ ਆਤਮਿਕ ਤੌਰ ਤੇ ਜਿਉਂਦਾ ਹੋ ਜਾਂਦਾ ਹੈ। ਬਿਸ਼ਰਤ ਆਨ ਮਿਲਾਇਆ, ਫਿਰ ਉਹ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਪਸ਼ੂ ਪ੍ਰੇਤ ਮੁਗਤ ਭੈ ਸਰੋਤੇ ਹਰ ਨਾਮਾ ਮੁਖ ਗਾਇਆ। ਮਾਲਿਕ ਜੀ ਕਹਿੰਦੇ ਜਿਹੜੇ ਮਨੁੱਖ ਪਸ਼ੂ ਸੁਭਾਅ ਵਾਲੇ ਆ, ਜਿਹੜੇ ਮਨੁੱਖ ਪ੍ਰੇਤ ਸੁਭਾਅ ਵਾਲੇ ਆ, ਮੁਗਧ ਮੂਰਖ ਮਰੇ ਹੋਏ, ਪਾਤਸ਼ਾਹ ਕਹਿੰਦੇ ਨੇ ਜਿਹੜੇ ਪਸ਼ੂ ਸੁਭਾਅ ਵਾਲੇ, ਭੂਤ ਸੁਭਾਅ ਵਾਲੇ ਮਨੁੱਖ ਨੇ, ਗੁਰੂ ਆਪਣਾ ਨਾਮ ਦੇ ਕੇ, ਆਪਣੀ ਬਖਸ਼ਿਸ਼ ਕਰਕੇ, ਰਹਿਮਤ ਕਰਕੇ, ਕਹਿੰਦੇ ਉਹ ਵੀ ਆਪਣੇ ਮੂੰਹ ਤੋਂ ਪਰਮੇਸ਼ਰ ਦਾ ਨਾਮ ਗਾਉਣ ਲੱਗ ਪੈਂਦੇ ਆ। ਭਾਵ ਉਹਨਾਂ ਦੀ ਸੋਚ ਬਦਲ ਜਾਂਦੀ ਆ, ਉਹਦਾ ਜੀਵਨ ਬਦਲ ਜਾਂਦਾ ਜਿਹੜਾ ਗੁਰੂ ਨਾਲ ਜੁੜ ਜਾਂਦਾ ਆ। ਪਾਤਸ਼ਾਹੀ ਦਾ ਬਚਨ ਆ, ਕੱਚੋ ਕੰਚਨ ਭਿਓ ਸ਼ਬਦ ਗੁਰ ਸ਼ਰਵਣੇ ਸੁਣਿਓ। ਕਹਿੰਦੇ ਜੀਵਨ ਕੱਚ ਵਰਗਾ ਸੀ, ਸੋਨੇ ਵਰਗਾ ਬਣ ਗਿਆ ਜਦੋਂ ਮੈਂ ਆਪਣੇ ਕੰਨਾਂ ਦੇ ਨਾਲ ਗੁਰੂ ਦੇ ਸ਼ਬਦ ਨੂੰ ਸੁਣਿਆ ਆ। ਗੁਰੂ ਜਿਹੜਾ ਮਾਲਿਕ ਜੀ ਦਾ ਪਿਆਰਾ ਬਚਨ ਆ, ਕਹਿੰਦੇ ਨਰੂ ਮਰੈ ਨਰ ਕਾਮਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੇ। ਕਹਿੰਦੇ ਜਦੋਂ ਮਨੁੱਖ ਦੇ ਅੰਦਰੋਂ ਨਰਪੂਣਾ ਖਤਮ ਹੋ ਜਾਵੇ, ਉਹ ਕਿਸੇ ਕੰਮ ਦਾ ਨਹੀਂ ਰਹਿੰਦਾ। ਜਦੋਂ ਪਸ਼ੂਪੂਣਾ ਮਰ ਜਾਵੇ, ਫਿਰ ਮਨੁੱਖ ਸਾਰਿਆਂ ਦੇ ਕੰਮ ਵੀ ਸਵਾਰਦਾ ਆ। ਵੈਸੇ ਇਹਦੇ ਅਰਥ ਤਾਂ ਇਸ ਤਰ੍ਹਾਂ ਕੀਤੇ ਜਾਂਦੇ ਆ, ਕਹਿੰਦੇ ਜੇਕਰ ਬੰਦਾ ਮਰ ਜਾਵੇ ਤੇ ਉਹ ਕਿਸੇ ਕੰਮ ਨਹੀਂ ਆਉਂਦਾ। ਪਰ ਅੱਜ ਵੇਖੋ ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਆ। ਬੰਦਾ ਡੈੱਡ ਵੀ ਹੋ ਜਾਵੇ ਨਾ, ਬਾਅਦ ਵਿੱਚ ਉਹਦੀਆਂ ਜਿਹੜਾ ਦਿਲ ਵੀ, ਸਰੀਰ ਦੇ ਕੁਝ ਅੰਗ ਇਹੋ ਜਿਹੇ ਆ ਜਿਹੜੇ ਬਾਅਦ ਵਿੱਚ ਵੀ ਕੱਢ ਲਏ ਜਾਂਦੇ ਆ। ਜਿਵੇਂ ਲਾਸ਼ ਦਾ ਜਿਹੜਾ ਬਾਅਦ ਵਿੱਚ ਲੈ ਜਾਈ ਜਾਂਦੀ, ਉਹਦੇ ਵਿੱਚੋਂ ਅੰਗ ਕੱਢ ਲਏ ਜਾਂਦੇ ਆ ਜਿਹੜੇ ਕਿਸੇ ਦੇ ਵਰਤੋਂ ਵਿੱਚ ਆਉਣ ਵਾਲੇ ਨੇ। ਭਾਵੇਂ ਬੰਦਾ ਡੈੱਡ ਹੋ ਚੁੱਕਾ ਆ, ਪਰ ਫਿਰ ਵੀ ਕੁਝ ਅੰਗ ਜਿਹੜੇ ਕੰਮ ਆਉਂਦੇ ਆ। ਇਸੇ ਤਰ੍ਹਾਂ ਗੁਰੂ ਪਿਆਰ ਵਾਲਿਓ, ਪਰ ਇੱਥੇ ਅਰਥ ਅਸੀਂ ਇਹੀ ਕਰਦੇ ਰਹੇ ਹਾਂ ਕਿ ਬੰਦਾ ਮਰ ਜਾਵੇ ਉਹ ਕਿਸੇ ਕੰਮ ਨਹੀਂ ਆਉਂਦਾ, ਤੇ ਪਸ਼ੂ ਮਰ ਜਾਵੇ ਉਹਦੇ ਫਿਰ ਚੰਮ ਦੀਆਂ ਜੁੱਤੀਆਂ ਵਗੈਰਾ ਬੜਾ ਕੁਝ ਬਣਦਾ ਆ। ਪਰ ਗੁਰੂ ਪਿਆਰ ਵਾਲਿਓ, ਅੱਜ ਦੇ ਸਮੇਂ ਅੰਦਰ ਤੇ ਮਨੁੱਖ ਵੀ ਕੰਮ ਆ ਰਿਹਾ ਮਰਨ ਤੋਂ ਬਾਅਦ। ਪਰ ਇੱਥੇ ਅਰਥ ਕੀ ਨੇ? ਨਰੂ ਮਰੇ, ਜਦੋਂ ਮਨੁੱਖ ਅੰਦਰ ਨਰਪੂਣਾ ਮਰ ਜਾਵੇ, ਇਨਸਾਨੀਅਤ ਮਰ ਜਾਵੇ, ਫਿਰ ਉਹ ਕਿਸੇ ਦੇ ਕੰਮ ਦਾ ਨਹੀਂ ਰਹਿੰਦਾ। ਹੁਣ ਜਦੋਂ ਬੰਦੇ ਅੰਦਰ ਇਨਸਾਨੀਅਤ ਖਤਮ ਹੋ ਗਈ ਤੇ ਉਹ ਫਿਰ ਕਿਸੇ ਦਾ ਕੰਮ ਥੋੜ੍ਹਾ ਸਵਾਰੇਗਾ, ਉਹ ਤਾਂ ਫਿਰ ਸਾਰਿਆਂ ਨੂੰ ਖਤਮ ਹੀ ਕਰੇਗਾ। ਫਿਰ ਉਹਦਾ ਜੀਵਨ ਕਿਸੇ ਦੇ ਭਲੇ ਵਾਸਤੇ ਨਹੀਂ ਰਹਿ ਜਾਵੇਗਾ, ਉਹ ਕਿਸੇ ਦਾ ਭਲਾ ਸੋਚੇਗਾ ਨਹੀਂ, ਕਿਉਂਕਿ ਨਰਪੂਣਾ ਇਨਸਾਨੀਅਤ ਖਤਮ ਹੋ ਚੁੱਕੀ ਆ। ਮਾਲਿਕ ਜੀ ਕਹਿੰਦੇ ਪਸ਼ੂ ਮਰੇ, ਜਦੋਂ ਕਹਿੰਦੇ ਇਨਸਾਨੀਅਤ ਬਿਰਤੀ ਆ ਜਾਂਦੀ ਹੈ, ਜਦੋਂ ਪਸ਼ੂ ਪੁਣੇ ਵਾਲੀ ਬਿਰਤੀ ਖਤਮ ਹੋ ਜਾਂਦੀ, ਜਦੋਂ ਜੀਵਨ ਦੇ ਵਿੱਚੋਂ ਸ਼ੈਤਾਨ ਵਾਲਾ ਜੀਵਨ ਖਤਮ ਹੋ ਜਾਂਦਾ ਆ, ਪਸ਼ੂ ਵਾਲਾ ਸੁਭਾਅ ਖਤਮ ਹੋ ਜਾਂਦਾ ਆ, ਪਾਤਸ਼ਾਹ ਕਹਿੰਦੇ ਫਿਰ ਸਾਰਿਆਂ ਦੇ ਕਾਜ ਸਵਾਰਦਾ, ਫਿਰ ਸਾਰਿਆਂ ਦਾ ਭਲਾ ਕਰਦਾ, ਸਾਰਿਆਂ ਵਿੱਚ ਚੰਗਾ ਸੋਚਦਾ ਆ। ਇਸੇ ਤਰ੍ਹਾਂ ਪਾਤਸ਼ਾਹੀ ਦੀ ਬਾਣੀ ਪੜ੍ਹਦੇ ਹਾਂ, ਕਰਤੂਤ ਪਸ਼ੂ ਕੀ ਮਾਨਸ ਜਾਤ। ਹੁਣ ਕਰਤੂਤਾਂ ਜਿਹੜੀਆਂ ਪਸ਼ੂਆਂ ਵਾਲੀਆਂ ਤੇ ਨਾਮ ਕੀ ਆ? ਮਨੁੱਖ ਰੱਖਿਆ ਹੋਇਆ। ਭਾਵ ਇਹੀ ਜਿਹੜੀ ਅਸਲ ਵਿੱਚ, ਜਿਵੇਂ ਅਸੀਂ ਕਹਿੰਦੇ ਨਾ ਕਿ ਮਨੁੱਖ ਜੂਨਾਂ 'ਚ ਪੈ ਜਾਂਦਾ, ਅਸਲ ਵਿੱਚ ਮਨੁੱਖ ਬਿਰਤੀ ਕਰਕੇ ਜੂਨਾਂ ਵਿੱਚ ਪੈਂਦਾ, ਸੁਭਾਅ ਕਰਕੇ ਜੂਨਾਂ ਵਿੱਚ ਪੈਂਦਾ ਆ। ਤੇ ਪਾਤਸ਼ਾਹ ਕਹਿੰਦੇ ਨੇ ਕਰਤੂਤਾਂ ਪਸ਼ੂਆਂ ਵਾਲੀਆਂ ਨੇ, ਕਰਤੂਤਾਂ ਜਿਹੜੀਆਂ ਜਾਨਵਰਾਂ ਵਾਲੀਆਂ ਨੇ, ਤੇ ਮਨੁੱਖ ਕੀ ਨਾਂ ਰੱਖਿਆ ਹੋਇਆ। ਅੱਜ ਸਾਡੇ ਸਾਹਮਣੇ ਬੜੇ ਲੋਕ ਆ ਜਿਹਨੂੰ ਅਸੀਂ ਕਹਿੰਦੇ ਇਹਦੇ ਕੰਮ ਤਾਂ ਪਸ਼ੂਆਂ ਵਾਲੇ ਆ। ਅਸੀਂ ਹਰੇਕ ਕਿਸੇ ਨੂੰ ਕਹਿ ਦਿੰਦੇ ਆਹ ਤਾਂ ਬੰਦਾ ਭੂਤਾਂ ਵਰਗਾ ਆ, ਇਹ ਭੂਤਾਂ ਵਰਗੇ ਕੰਮ ਕਰਦਾ ਆ, ਆਹ ਤਾਂ ਸ਼ੈਤਾਨ ਬੰਦਾ। ਤੇ ਗੁਰੂ ਪਿਆਰ ਵਾਲੇ, ਅਸਲ ਵਿੱਚ ਸ਼ੈਤਾਨ ਨਹੀਂ ਹੁੰਦਾ, ਉਹਦੀਆਂ ਆਦਤਾਂ, ਉਹਦਾ ਸੁਭਾਅ, ਉਹਦੇ ਜਿਹੜੇ ਕੰਮ ਨਾ ਇਸ ਤਰ੍ਹਾਂ ਦੇ ਹੁੰਦੇ ਜਿਸ ਕਰਕੇ ਉਹਨੂੰ ਉਹਨਾਂ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਮਾਲਿਕ ਜੀ ਕਹਿੰਦੇ ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਭੇ ਸਰੋਤੇ ਹਰ ਨਾਮਾ ਮੁਖ ਗਾਇਆ। ਪੂਰੇ ਗੁਰ ਕੀ ਦੇਖ ਵਡਾਈ, ਕਹਿੰਦੇ ਪੂਰੇ ਗੁਰੂ ਦੀ ਵਡਿਆਈ ਦੇਖ ਤਾਂ ਕੀ ਕੀਮਤ ਕਹਿਣ ਨਾ ਜਾਈ। ਕਹਿੰਦੇ ਮਾਲਿਕ ਦੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਪਵਨ ਗੁਰੂ, ਕਹਿੰਦੇ ਜਿਸ ਤਰ੍ਹਾਂ ਸਰੀਰ ਵਾਸਤੇ, ਇਹਨਾਂ ਪ੍ਰਾਣਾਂ ਵਾਸਤੇ ਹਵਾ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਹੀ ਸਾਡੇ ਵਾਸਤੇ ਆਤਮਿਕ ਤੌਰ ਉੱਤੇ ਗੁਰੂ ਦੀ ਜ਼ਰੂਰਤ ਹੈ।
ਗੁਰੂ ਦੀ ਮੱਤ ਦੀ ਜ਼ਰੂਰਤ ਹੈ। ਪਵਨ ਗੁਰੂ ਪਾਣੀ ਪਿਤਾ। ਤੇ ਗੁਰੂ ਪਿਆਰ ਵਾਲਿਓ, ਹਵਾ ਨੂੰ ਤਾਂ ਜ਼ਰੂਰੀ ਨਹੀਂ ਕਿ ਅਸੀਂ ਹਵਾ ਨੂੰ ਸਰੀਰ ਵਾਸਤੇ ਹੀ ਵਰਤਦੇ ਹਾਂ। ਗੁਰੂ ਪਿਆਰ ਵਾਲਿਓ, ਹਵਾ ਨੂੰ ਸਾਫ਼ ਰੱਖਣਾ ਇਹ ਵੀ ਸਾਡਾ ਕੰਮ ਹੈ। ਸਤਿਗੁਰੂ ਨੇ ਜੇਕਰ ਹਵਾ ਨੂੰ, ਪਵਨ ਨੂੰ ਇੱਕ ਇੰਨਾ ਉੱਚਾ ਦਰਜਾ ਦਿੱਤਾ ਆ, ਤੇ ਇਹਦਾ ਅਰਥ ਕਿ ਸਾਨੂੰ ਵੀ ਹਵਾ ਦੀ ਜਿਹੜੀ ਕਦਰ ਕਰਨੀ ਪਵੇਗੀ। ਹਵਾ ਨੂੰ ਸਾਫ਼ ਰੱਖਣਾ ਪੈਣਾ, ਵਾਤਾਵਰਣ ਨੂੰ ਸਾਫ਼ ਰੱਖਣਾ ਪੈਣਾ, ਪ੍ਰਦੂਸ਼ਣ ਘੱਟ ਫੈਲਾਉਣਾ ਪੈਣਾ। ਨਹੀਂ ਤਾਂ ਗੁਰੂ ਪਿਆਰ ਵਾਲਿਓ, ਹਵਾ ਵੇਖੋ ਕਿੰਨੀ ਗੰਦਲੀ ਹੋ ਗਈ ਆ। ਹਵਾ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਜ਼ਹਿਰ ਘੁਲਿਆ ਮਿਲਿਆ ਹੋਇਆ ਆ ਹਵਾ ਰਾਹੀਂ, ਕਿਉਂਕਿ ਹਵਾ ਜਿਹੜੀ ਸਾਡੇ ਸਰੀਰ ਦੇ ਅੰਦਰ ਜਾਂਦੀ ਆ ਤੇ ਉਹਦੇ ਨਾਲ ਬਿਮਾਰੀਆਂ ਵੀ ਸਾਡੇ ਅੰਦਰ ਜਾਂਦੀਆਂ ਨੇ। ਕਿੱਥੇ ਵੱਡੇ ਵੱਡੇ ਧੂਆਂ ਜਿਹੜਾ ਹਰ ਵੇਲੇ ਚੱਲ ਰਿਹਾ, ਕਿੰਨਾ ਕੁਝ। ਹੁਣ ਵੇਖੋ ਅਸੀਂ ਹਰ ਰੋਜ਼ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਪੜ੍ਹਦੇ ਹਾਂ, ਪਰ ਜਦੋਂ ਦੀਵਾਲੀ ਆਉਂਦੀ ਆ, ਜਦੋਂ ਅਸੀਂ ਅੰਤਾਂ ਦੇ ਪਤਾ ਨਹੀਂ ਲੱਖਾਂ ਕਰੋੜਾਂ ਦੇ ਜਿਹੜੇ ਅਸੀਂ ਪਟਾਕੇ ਕਈ ਤਰ੍ਹਾਂ ਦੇ ਚੀਜ਼ਾਂ ਲੈ ਕੇ ਚਲਾ ਦਿੰਦੇ ਹਾਂ ਤੇ ਪ੍ਰਦੂਸ਼ਣ ਕਰਦੇ ਹਾਂ। ਕਿੰਨਾ ਪ੍ਰਦੂਸ਼ਣ ਫੈਲਦੇ ਹਾਂ, ਕਿੰਨੀਆਂ ਸੰਸਥਾਵਾਂ ਚੱਲੀਆਂ ਹੋਈਆਂ ਨੇ, ਕਿੰਨਾ ਕੁਝ ਚੱਲ ਰਿਹਾ ਕਿ ਭਾਈ ਵਾਤਾਵਰਣ ਸਾਫ਼ ਰੱਖੋ, ਪ੍ਰਦੂਸ਼ਣ ਨਾ ਫੈਲਾਓ। ਕਿੰਨਾ ਕੁਝ ਹੋ ਰਿਹਾ, ਸਾਰੇ ਕੰਮ ਹੋਈ ਜਾ ਰਹੇ ਆ। ਉਹ ਸੰਸਥਾਵਾਂ ਵੀ ਚੱਲ ਰਹੀਆਂ ਨੇ, ਪ੍ਰਦੂਸ਼ਣ ਵੀ ਫੈਲਾਇਆ ਜਾ ਰਿਹਾ ਆ, ਹਵਾ ਵੀ ਗੰਦਲੀ ਹੋਈ ਜਾ ਰਹੀ ਆ। ਤੇ ਗੁਰੂ ਪਿਆਰ ਵਾਲਿਓ, ਨਾਲੇ ਸਾਰੇ ਪਾਸੇ ਜ਼ੋਰ ਲੱਗਾ ਹੋਇਆ ਆ, ਨਾਲੇ ਹਵਾ ਵੀ ਪ੍ਰਦੂਸ਼ਿਤ ਕਰੀ ਜਾ ਰਹੇ ਆ, ਵਾਤਾਵਰਣ ਗੰਦਲਾ ਕਰੀ ਜਾ ਰਹੇ ਆ, ਤੇ ਨਾਲੇ ਦੂਜੇ ਪਾਸੇ ਉਪਦੇਸ਼ ਵੀ ਕੀਤਾ ਜਾ ਰਿਹਾ। ਜੀਵਨ ਜਿਹੜਾ ਉੱਥੇ ਖੜਾ ਆ, ਜਿਹੜਾ ਕਿ ਹਵਾ ਨੂੰ ਗੰਦਲੀ ਕਰਨ ਵਾਲੇ ਜ਼ਿਆਦਾ ਨੇ, ਪਰ ਉਹਨੂੰ ਸਾਫ਼ ਰੱਖਣ ਵਾਲੇ ਘੱਟ ਨੇ। ਵੱਧ ਤੋਂ ਵੱਧ ਦਰਖਤ ਲਗਾਏ ਜਾਣ, ਵੱਧ ਤੋਂ ਵੱਧ ਪੌਦੇ ਲਗਾਏ ਜਾਣ, ਤਾਂ ਜੋ ਹਵਾ ਨੂੰ ਸਾਫ਼ ਰੱਖਿਆ ਜਾ ਸਕੇ। ਫੇਰ ਹੀ ਗੁਰੂ ਪਿਆਰ ਵਾਲਿਓ ਸਾਡਾ ਸਰੀਰ ਤੰਦਰੁਸਤ ਰਹਿ ਸਕੇਗਾ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਪਵਨ ਗੁਰੂ ਪਾਣੀ ਪਿਤਾ। ਕਹਿੰਦੇ ਪਾਣੀ ਜਿਹੜਾ ਪਿਤਾ ਹੈ, ਗੁਰੂ ਪਿਆਰ ਵਾਲਿਓ ਪਾਤਸ਼ਾਹ ਜੀ ਦਾ ਬਚਨਾ, ਪਹਿਲਾ ਪਾਣੀ ਜਿਉ ਹੈ। ਗੁਰੂ ਪਿਆਰ, ਜੇਕਰ ਪਾਣੀ ਨਾ ਪੀਏ ਤੇ ਪਾਣੀ ਤੋਂ ਬਗੈਰ ਵੀ ਸਾਡਾ ਜੀਵਨ ਜਿਉਂਦਾ ਨਹੀਂ ਰਹਿ ਸਕਦਾ। ਤੁਸੀਂ ਵੇਖੋ ਜਿਹੜੇ ਭੁੱਖ ਹੜਤਾਲ ਕਰਦੇ ਆ, ਉਹ ਸਾਰੀਆਂ ਚੀਜ਼ਾਂ ਛੱਡ ਦਿੰਦੇ ਆ, ਪਰ ਪਾਣੀ ਜਿਹੜਾ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਨੂੰ ਦਿੱਤਾ ਜਾਂਦਾ ਆ। ਕਿਉਂਕਿ ਪਾਣੀ ਨਾ ਪੀਏ ਤੇ ਪਾਣੀ ਸਰੀਰ ਚੋਂ ਖਤਮ ਹੋ ਜਾਵੇਗਾ, ਡੈਡ ਹੋ ਜਾਵੇਗਾ। ਇਸੇ ਤਰ੍ਹਾਂ ਮਾਲਿਕ ਜੀ ਕਹਿੰਦੇ ਨੇ, ਜਿਸ ਤਰ੍ਹਾਂ ਕਹਿੰਦੇ ਪਾਣੀ ਸਰੀਰ ਵਾਸਤੇ ਜੀਵਨ ਦਿੰਦਾ ਆ, ਇਸੇ ਤਰ੍ਹਾਂ ਹੀ ਮਾਲਿਕ ਜੀ ਕਹਿੰਦੇ ਗੁਰੂ ਵੀ ਜਿਹੜਾ ਸਾਡੇ ਪਿਤਾ ਸਮਾਨ ਆ, ਗੁਰੂ ਵੀ ਜਿਹੜਾ ਸਾਨੂੰ ਜੀਵਨ ਦਿੰਦਾ ਆ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਕਹਿੰਦੇ ਜਿਵੇਂ ਪ੍ਰਾਣੀ ਪਾਣੀ ਤੋਂ ਬਿਨਾ ਮਰ ਜਾਂਦਾ ਹੈ, ਤਿਵੇਂ ਹੀ ਕਹਿੰਦੇ ਗੁਰੂ ਦਾ ਸਿੱਖ ਵੀ ਗੁਰੂ ਤੋਂ ਬਿਨਾ ਮਰ ਜਾਂਦਾ ਹੈ। ਜੇਕਰ ਗੁਰੂ ਦਾ ਸਿੱਖ ਆਪਣੇ ਗੁਰੂ ਦੇ ਦਰਸ਼ਨ ਨਾ ਕਰੇ, ਗੁਰੂ ਦੇ ਚਰਨਾਂ ਨਾਲ ਨਾ ਜੁੜੇ, ਤੇ ਉਹ ਆਤਮਿਕ ਤੌਰ ਉੱਤੇ ਡੈਡ ਹੋ ਜਾਂਦਾ ਹੈ, ਜੇ ਗੁਰੂ ਦੀ ਮੱਤ ਅਸੀਂ ਜੀਵਨ ਵਿੱਚ ਨਾ ਲੈ ਕੇ ਆਈਏ। ਤੇ ਗੁਰੂ ਪਿਆਰੋ ਪਾਤਸ਼ਾਹ ਕਹਿੰਦੇ ਨੇ, ਪਾਣੀ ਪਿਤਾ ਮਾਤਾ ਧਰਤ ਮਹੱਤ। ਹੁਣ ਜਿਹੜੀ ਧਰਤੀ ਆ ਉਹ ਮਾਤਾ ਆ। ਵੇਖੋ ਧਰਤੀ ਕਿੱਡੀ ਵਿਸ਼ਾਲ ਹੈ, ਧਰਤੀ ਦਾ ਹਿਰਦਾ ਕਿੱਡਾ ਵਿਸ਼ਾਲ ਹੈ, ਧਰਤੀ ਕਿੱਡੀ ਵੱਡੀ ਹੈ, ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਹੁਣ ਇਸ ਧਰਤੀ ਸਾਨੂੰ ਕਿੰਨਾ ਕੁਝ ਦਿੰਦੀ ਆ। ਧਰਤੀ ਸਾਨੂੰ ਇੱਕ ਮਾਂ ਦੀ ਤਰ੍ਹਾਂ ਪਾਲਦੀ ਹੈ। ਜਿਵੇਂ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ, ਮਾਂ ਜਿਹੜੀ ਆਪਣੇ ਬੱਚੇ ਨੂੰ ਪਾਲਦੀ ਹੈ, ਦੁੱਧ ਦਿੰਦੀ ਹੈ, ਉਹਦੇ ਵਾਸਤੇ ਭੋਜਨ ਤਿਆਰ ਕਰਦੀ ਹੈ, ਸਾਰਾ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦੀ ਆ। ਇਸੇ ਤਰ੍ਹਾਂ ਧਰਤੀ ਵੀ ਸਾਨੂੰ ਪਾਲ ਰਹੀ ਆ। ਜੇ ਧਰਤੀ ਨਾ ਹੋਵੇ ਅਸੀਂ ਬੀਜਾਂਗੇ ਕਿੱਥੇ, ਅਸੀਂ ਰਵਾਂਗੇ ਕਿੱਥੇ? ਅਸੀਂ ਧਰਤੀ ਦੀ ਗੋਦ ਵਿੱਚ ਹੀ ਰਹਿ ਰਹੇ ਹਾਂ, ਧਰਤੀ ਵਿੱਚ ਹੀ ਅਸੀਂ ਫਸਲ ਬੀਜ ਰਹੇ ਹਾਂ, ਧਰਤੀ ਵਿੱਚ ਅਸੀਂ ਆਪਣਾ ਘਰ-ਬਾਰ ਬਣਾ ਕੇ ਰਹਿ ਰਹੇ ਹਾਂ। ਜਿਸ ਤਰ੍ਹਾਂ ਕਹਿੰਦੇ ਇੱਕ ਮਾਂ ਪਾਲਦੀ ਹੈ, ਇਸੇ ਤਰ੍ਹਾਂ ਧਰਤੀ ਵੀ ਪਾਲ ਰਹੀ ਹੈ। ਧਰਤੀ ਨੂੰ ਸਤਿਗੁਰੂ ਨੇ ਮਾਤਾ ਦਾ ਦਰਜਾ ਦਿੱਤਾ ਕਿ ਧਰਤੀ ਜਿਹੜੀ ਸਾਡੀ ਮਾਂ ਹੈ। ਇਸੇ ਤਰ੍ਹਾਂ ਗੁਰੂ ਵੀ ਸਾਡੀ ਮਾਂ ਹੈ। ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜੇਹਾ ਕੋ ਬੀਜੈ ਤਿਹਾ ਫਲ ਪਾਏ। ਕਹਿੰਦੇ ਸਤਿਗੁਰੂ ਵੀ ਜਿਹੜਾ ਇੱਕ ਮਾਂ ਹੈ, ਸਤਿਗੁਰੂ ਵੀ ਧਰਤੀ ਹੈ। ਕਹਿੰਦੇ ਇਸ ਦੇ ਵਿੱਚ ਜਿਹੜੀ ਭਾਵਨਾ ਲੈ ਕੇ ਅਸੀਂ ਗੁਰੂ ਕੋਲ ਆਵਾਂਗੇ, ਸਾਡਾ ਜੀਵਨ ਉਦਾਂ ਦਾ ਬਣੇਗਾ। ਗੁਰੂ ਸਾਨੂੰ ਫਲ ਉਦਾਂ ਦਾ ਦੇਵੇਗਾ, ਸਾਡਾ ਜੀਵਨ ਉਦਾਂ ਦਾ, ਕਿਰਦਾਰ ਉਦਾਂ ਦਾ ਘੜਿਆ ਜਾਵੇਗਾ। ਜਿਹੋ ਜੀ ਭਾਵਨਾ ਗੁਰੂ ਕੋਲ ਲੈ ਕੇ ਆਵਾਂਗੇ, ਚੰਗੀ ਭਾਵਨਾ ਹੋਵੇਗੀ ਜੀਵਨ ਚੰਗਾ, ਜੇ ਮਾੜੀ ਭਾਵਨਾ ਹੋਵੇਗੀ ਜੀਵਨ ਮਾੜਾ। ਕਿਉਂਕਿ ਧਰਤੀ ਜਿਹੜੀ ਹੈ, ਧਰਤੀ ਵਿੱਚ ਜੋ ਬੀਜਾਂਗੇ, ਅਸੀਂ ਪਿੱਛੇ ਪੜ੍ਹ ਕੇ ਆਏ ਨਾ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇਹ ਧਰਤੀ ਜਿਹੜੀ ਧਰਮ ਕਮਾਉਣ ਦੀ ਥਾਂ ਬਣਾਈ ਹੋਈ ਹੈ। ਇਸ ਵਿੱਚ ਜੋ ਅਸੀਂ ਬੀਜਾਂਗੇ ਉਹ ਸਾਨੂੰ ਮਿਲੇਗਾ। ਸੱਚਾ ਆਪ ਸੱਚਾ ਦਰਬਾਰ,
ਤਿੱਥੈ ਤਿੱਥੈ ਸੋਹਣ ਪੰਚ ਪ੍ਰਵਾਨ। ਤੇ ਗੁਰੂ ਪਿਆਰ ਵਾਲੇ ਜੋ ਬੀਜਾਂਗੇ ਫਿਰ ਸਾਡਾ ਜੀਵਨ ਦਾ ਨਿਪਟਾਰਾ ਵੀ ਇੰਨੇ ਹੀ ਕਰਨਾ ਆ ਕਿ ਕੌਣ ਉੱਚਾ ਆ ਕੌਣ ਨੀਵਾਂ ਆ। ਤੇ ਪਾਤਸ਼ਾਹ ਜੀ ਕਹਿੰਦੇ ਨੇ ਮਾਤਾ ਧਰਤ ਮਹੱਤ। ਅੱਜ ਵੇਖੋ ਅਸੀਂ ਆਪਣੀ ਧਰਤੀ ਨੂੰ ਕਿਵੇਂ ਗੰਦਲਾ ਕਰ ਰਹੇ ਹਾਂ, ਧਰਤੀ ਨੂੰ ਕਿਵੇਂ ਖਤਮ ਕਰ ਰਹੇ ਹਾਂ, ਧਰਤੀ ਦੇ ਉੱਤੇ ਕਿੰਨੀ ਕੁ ਸਾਫ਼ ਸਫਾਈ ਆ। ਤੇ ਗੁਰੂ ਪਿਆਰ ਵਾਲਿਓ ਅੱਜ ਵੇਖੋ ਅਸੀਂ ਕਹਿੰਨੇ ਕਿ ਭਾਈ ਬੰਦੇ ਨੂੰ ਮਰਨ ਤੋਂ ਬਾਅਦ ਸਵਰਗ ਮਿਲਦਾ ਆ। ਭਾਈ ਜਿਉਂਦੇ ਜੀ ਜਿਸ ਜਗ੍ਹਾ ਤੇ ਤੂੰ ਰਹਿ ਰਿਹਾ ਉਹਨੂੰ ਨਰਕ ਬਣਾਈ ਜਾ ਰਿਹਾ, ਤੇ ਮਰਨ ਤੋਂ ਬਾਅਦ ਤੈਨੂੰ ਸਵਰਗ ਕਿੱਥੇ ਮਿਲ ਜਾਵੇਗਾ। ਅਸੀਂ ਇਸ ਧਰਤੀ ਨੂੰ ਛੱਡ ਕੇ ਅਸੀਂ ਬਾਹਰਲੀਆਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਜਾ ਰਹੇ ਹਾਂ। ਜਾਣਾ ਚਾਹੀਦਾ, ਕੋਈ ਨਾ ਜਾਣ ਵਾਲੀ ਗੱਲ ਨਹੀਂ ਹੈ, ਜਾਣਾ ਚਾਹੀਦਾ। ਪਰ ਗੁਰੂ ਪਿਆਰ ਵਾਲੇ ਜੇਕਰ ਉੱਥੇ ਜਾਣੇ ਆ, ਉੱਥੇ ਜਾ ਕੇ ਵੇਖੋ ਧਰਤੀ ਕਿੱਦਾਂ ਦੀ ਆ, ਕਿੰਨੀ ਸੁੰਦਰ ਧਰਤੀ ਆ, ਕਿੰਨਾ ਉਹ ਇਸ ਧਰਤੀ ਦੀ ਕਦਰ ਕਰਦੇ ਆ, ਕਿਵੇਂ ਉਹਨਾਂ ਨੇ ਆਪਣੇ ਦੇਸ਼ਾਂ ਨੂੰ ਸਵਰਗ ਬਣਾਇਆ ਹੋਇਆ, ਆਪਣੀ ਧਰਤੀਆਂ ਨੂੰ ਕਿਵੇਂ ਹਰਾ ਭਰਾ ਰੱਖਿਆ ਹੋਇਆ ਆ। ਪਰ ਸਾਡੇ ਵੇਖੋ ਹਰੇਕ ਪਾਸੇ ਜਿੱਧਰ ਨਜ਼ਰ ਮਾਰ ਲਈਏ ਉਧਰ ਗੰਦਗੀ ਫੈਲੀ ਹੋਈ ਆ, ਜਿੱਧਰ ਨਜ਼ਰ ਮਾਰ ਲਈਏ ਉਦੇ ਹੀ ਜਿਹੜਾ ਧਰਤੀ ਨੂੰ ਗੰਦਲਾ ਕੀਤਾ ਜਾ ਰਿਹਾ ਆ। ਇਹਨਾਂ ਚੀਜ਼ਾਂ ਨੂੰ ਨਹੀਂ ਵੇਖਿਆ ਜਾ ਰਿਹਾ। ਭਾਵ ਕਿ ਜੇਕਰ ਅਸੀਂ ਧਰਤੀ ਨੂੰ ਸੋਹਣਾ ਰੱਖਾਂਗੇ, ਵਧੀਆ ਰੱਖਾਂਗੇ, ਸਾਫ਼ ਸਫਾਈ ਰੱਖਾਂਗੇ ਤੇ ਸਾਡੇ ਆਲੇ ਦੁਆਲੇ ਫਿਰ ਬਿਮਾਰੀਆਂ ਵੀ ਨਹੀਂ ਫੈਲਣਗੀਆਂ, ਸਾਡੇ ਆਲੇ ਦੁਆਲੇ ਵਾਤਾਵਰਣ ਵੀ ਸੋਹਣਾ ਰਹੇਗਾ। ਜਿਸ ਧਰਤੀ ਜਿਹਦੇ ਵਿੱਚ ਅਸੀਂ ਬੀਜਦੇ ਹਾਂ, ਇੱਕ ਬੀਜ ਪਾਉਂਦੇ ਹਾਂ, ਧਰਤੀ ਸਾਨੂੰ ਕਿੰਨਾ ਸਾਰਾ ਖਾਣ ਨੂੰ ਦਿੰਦੀ ਆ। ਤੇ ਗੁਰੂ ਪਿਆਰ ਵਾਲਿਓ ਇਸੇ ਤਰ੍ਹਾਂ ਹੀ ਮਾਲਕ ਜੀ ਕਹਿੰਦੇ ਜੇਕਰ ਤੂੰ ਆਪਣੇ ਜੀਵਨ ਅੰਦਰ ਨਾਮ ਦਾ ਬੀਜ ਪਾਵੇਂਗਾ ਤੇ ਤੇਰੇ ਅੰਦਰ ਵੀ ਕਹਿੰਦੇ ਉਹ ਨਾਮ ਦਾ ਫਲ ਲੱਗੇਗਾ। ਜੇ ਚੰਗਾ ਬੀਜੇਗਾ ਤੇ ਚੰਗਾ ਫਲ ਮਿਲੇਗਾ। ਤੇ ਪਾਤਸ਼ਾਹ ਕਹਿੰਦੇ ਨੇ ਮਾਤਾ ਧਰਤ ਮਹੱਤ। ਕਹਿੰਦੇ ਧਰਤੀ ਜਿਹੜੀ ਮਾਂ ਦੇ ਬਰਾਬਰ ਹੈ। ਰਾਮ ਮਈਆ ਹੋਂ ਬਾਰਕ ਤੇਰਾ। ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰਾ ਅਣਜਾਣ ਜਿਹਾ ਬੱਚਾ ਆ, ਕਾਹੇ ਨਾ ਖੰਡਸ ਅਵਗੁਣ ਮੇਰਾ। ਹੇ ਮਾਲਕ, ਤੂੰ ਮੇਰੀਆਂ ਗਲਤੀਆਂ ਕਿਉਂ ਨਹੀਂ ਦੱਸਦਾ, ਮੇਰੇ ਅੰਦਰ ਜਿਹੜੀਆਂ ਭੁੱਲਾਂ ਆ ਉਹ ਮੈਨੂੰ ਕਿਉਂ ਨਹੀਂ ਚਿਤਾਰਦਾ, ਕਿਉਂ ਨਹੀਂ ਦੱਸਦਾ। ਜੇ ਅਤ ਕਰੋਪ ਕਰੈ ਕਰ ਧਾਇਆ, ਤਾਪੀ ਚੀਤ ਨਾ ਰੱਖ ਸਮਾਇਆ। ਮਾਲਕ ਜੀ ਕਹਿੰਦੇ ਜਿਹੜੀ ਮਾਂ ਹੁੰਦੀ ਨਾ, ਮਾਂ ਬੱਚਾ ਜਿੰਨੀਆਂ ਮਰਜ਼ੀ ਗਲਤੀਆਂ ਕਰੇ, ਪਰ ਪਾਤਸ਼ਾਹ ਜੀ ਕਹਿੰਦੇ ਨੇ ਭਾਵੇਂ ਬੱਚਾ ਜਿੰਨਾ ਮਰਜ਼ੀ ਆਪਣੇ ਮਾਂ ਤੇ ਗੁੱਸਾ ਹੋਵੇ, ਲੜੇ, ਤਾਂ ਵੀ ਚਿੱਤ ਨਾ ਰੱਖ ਸਮਾਇਆ। ਕਹਿੰਦੇ ਫਿਰ ਵੀ ਮਾਂ ਜਿਹੜੀ ਆਪਣੇ ਬੱਚੇ ਤੇ ਗੁੱਸਾ ਨਹੀਂ ਕਰਦੀ, ਉਹਦੀਆਂ ਗਲਤੀਆਂ ਨੂੰ ਚਿਤਾਰਦੀ ਨਹੀਂ, ਫਿਰ ਵੀ ਉਹਦੇ ਨਾਲ ਲਾਡ ਕਰਦੀ, ਪਿਆਰ ਕਰਦੀ ਆ। ਇਸੇ ਤਰ੍ਹਾਂ ਗੁਰੂ ਵੀ ਜਿਹੜਾ ਸਾਨੂੰ ਮਾਂ ਦੀ ਤਰ੍ਹਾਂ ਪਾਲਦਾ ਹੈ। ਪਾਤਸ਼ਾਹ ਜੀ ਬਾਣੀ ਅੰਦਰ ਪੜ੍ਹਦੇ ਨਾ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਉਹ ਪਰਮਾਤਮਾ ਜਿਹੜਾ ਸਾਡਾ ਮਾਂ ਬਾਪ ਆ, ਸਾਡੀ ਸੰਭਾਲ ਕਰਨ ਵਾਲਾ ਹੈ। ਇਸੇ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰੀਏ। ਇਸੇ ਤਰ੍ਹਾਂ ਅਸੀਂ ਦੁਨਿਆਵੀ ਤੌਰ ਤੇ ਸੰਸਾਰ ਤੇ ਅਸੀਂ ਜਿਹੜਾ ਰਹਿ ਰਹੇ ਹਾਂ, ਜੇਕਰ ਸਾਨੂੰ ਮਾਲਕ ਨੇ ਹਵਾ ਦਿੱਤੀ ਆ, ਇਹਦੀ ਸੰਭਾਲ ਕਰੀਏ। ਜੇਕਰ ਮਾਲਕ ਨੇ ਸਾਨੂੰ ਪਾਣੀ ਦਿੱਤਾ ਆ, ਇਹਨੂੰ ਵੇਸਟ ਨਾ ਕਰੀਏ, ਇਹਨੂੰ ਵੀ ਸੰਭਾਲ ਕਰੀਏ, ਰਿਸਪੈਕਟ ਕਰੀਏ, ਪਾਣੀ ਦੀ ਵਰਤੋਂ ਸਹੀ ਕਰੀਏ। ਜੇਕਰ ਮਾਲਕ ਨੇ ਇਹ ਸਾਨੂੰ ਧਰਤੀ ਦਿੱਤੀ ਹੈ ਰਹਿਣ ਵਾਸਤੇ, ਇਸ ਧਰਤੀ ਨੂੰ ਗੰਦਲਾ ਨਾ ਕਰੀਏ। ਤੇ ਗੁਰੂ ਪਿਆਰ ਵਾਲਿਓ ਪਾਣੀ ਨੂੰ ਕਿਵੇਂ ਗੰਦਲਾ ਕੀਤਾ ਜਾ ਰਿਹਾ। ਵੇਖੋ ਜਿਹੜੀਆਂ ਨਹਿਰਾਂ ਚੱਲਦੀਆਂ ਉਹਦੇ ਵਿੱਚ ਕਿੰਨਾ ਕੁਝ ਸੁੱਟਿਆ ਜਾ ਰਿਹਾ। ਕਈ ਲੋਕ ਜਿਹੜੇ ਪਖੰਡ ਕਰਦੇ ਆ, ਨਾਰੀਅਲ, ਕੋਈ ਕਿਸੇ ਸਿਆਣੇ ਕੋ ਜਾਂਦਾ, ਅਗਲਾ ਕਹਿ ਦਿੰਦਾ ਭਾਈ ਤੂੰ ਨਾਰੀਅਲ ਲੈ, ਸੰਧੂਰ ਲੈ ਲਾ, ਆ 4 ਪੈਸੇ ਲੈ ਲਾ, ਇਹਨਾਂ ਨੂੰ ਇਕੱਠਾ ਮੁੱਠਾ ਕਰਕੇ ਧਾਗੇ ਤਵੀਤ ਬਣ ਕੇ ਤੇ ਨਹਿਰ ਦੇ ਵਿੱਚ ਸੁੱਟਾ। ਕਿੰਨਾ ਕੁਝ ਨਹਿਰ ਦੇ ਵਿੱਚ ਸੁੱਟਿਆ ਜਾ ਰਿਹਾ, ਕਿੰਨਾ ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ। ਉਹੀ ਪਾਣੀ ਖੇਤਾਂ ਨੂੰ ਲੱਗ ਰਿਹਾ, ਉੱਥੋਂ ਹੀ ਕੋਈ ਪਾਣੀ ਪੀ ਰਿਹਾ ਆ, ਕੋਈ ਉੱਥੇ ਇਸ਼ਨਾਨ ਕਰ ਰਿਹਾ ਆ। ਉਹ ਪਾਣੀ ਪਤਾ ਨਹੀਂ ਕਿੰਨਿਆਂ ਨੂੰ ਜੀਵਨ ਦਿੰਦਾ ਹੋਵੇਗਾ ਅੱਗੇ ਜਾ ਕੇ। ਪਰ ਕਿਉਂਕਿ ਅਸੀਂ ਫਿਰ ਜਿਵੇਂ ਅਸੀਂ ਕਹਿੰਦੇ ਕਿ ਪੜ੍ਹੇ ਲਿਖਿਆਂ ਦੀ ਨਿਸ਼ਾਨੀਆਂ ਉਹ ਜਿਹੜੀਆਂ ਵੱਖਰੀਆਂ ਹੁੰਦੀਆਂ। ਪੜ੍ਹਿਆ ਲਿਖਿਆ ਉਹਨੂੰ ਨਹੀਂ ਕਿਹਾ ਜਾਂਦਾ ਜਿਹੜਾ ਕਿਤਾਬਾਂ ਪੜ੍ਹ ਲਵੇ, ਡਿਗਰੀਆਂ ਪ੍ਰਾਪਤ ਕਰ ਲਵੇ, ਪਰ ਉਹਨੂੰ ਸਮਾਜ ਬਾਰੇ ਚੰਗਾ ਸੋਚੇ ਨਾ, ਆਪਣੇ ਨਗਰ ਬਾਰੇ ਚੰਗਾ ਸੋਚੇ ਨਾ, ਭਲਾ ਨਾ ਸੋਚੇ, ਨਾ ਚੰਗਾ ਕਰੇ, ਫਿਰ ਉਹਦੀਆਂ ਡਿਗਰੀਆਂ ਪੜ੍ਹਾਈਆਂ ਦਾ ਕੋਈ ਫਾਇਦਾ ਨਹੀਂ। ਤੇ ਪਾਤਸ਼ਾਹ ਜੀ ਕਹਿੰਦੇ ਨੇ ਮਾਤਾ ਧਰਤ ਮਹੱਤ ਦਿਵਸ ਰਾਤ। ਕਹਿੰਦੇ ਇਹ ਦਿਨ ਤੇ ਰਾਤ, ਦਿਵਸ ਰਾਤ ਦੋਏ, ਦਿਨ ਤੇ ਰਾਤ ਦੋਵੇਂ ਕੀ ਆ, ਦਾਈ ਦਾਇਆ। ਇਹ ਖਿਡਾਵਾ ਤੇ ਖਿਡਾਵੀ ਆ। ਦਿਨ ਤੇ ਰਾਤ ਦੋਵੇਂ ਖਿਡਾਵਾ ਖਿਡਾਵੀ ਆ। ਕਹਿੰਦੇ ਖੇਲੇ ਸਗਲ ਜਗਤ, ਕਰੇ ਸਾਰਾ ਸੰਸਾਰ ਇਸ ਵਿੱਚ ਖੇਡ ਰਿਹਾ ਆ।
ਕਹਿੰਦੇ ਰਾਤ ਨੂੰ ਸੋ ਰਹੇ ਆ ਜੀਵ, ਦਿਨੇ ਜਿਹੜੇ ਆਪਣੇ ਕੰਮਾਂ ਦੇ ਵਿੱਚ ਪਰਚ ਰਹੇ ਆ। ਇਹ ਸਾਰੀ ਉਮਰ ਕਹਿੰਦੇ ਸਾਰਾ ਸੰਸਾਰ ਇਸ ਕਹਿੰਦੇ ਖੇਡ ਰਿਹਾ। ਇਹ ਸੰਸਾਰ ਦੀ ਖੇਡ ਕਹਿੰਦੇ ਇਸ ਤਰ੍ਹਾਂ ਚੱਲ ਰਹੀ ਆ, ਦਿਨ ਰਾਤ, ਦਿਨ ਚੜ ਰਿਹਾ, ਰਾਤ ਹੋ ਰਹੀ ਆ। ਕਹਿੰਦੇ ਇਸ ਤਰ੍ਹਾਂ ਸੰਸਾਰ ਦੀ ਕਾਰ ਚੱਲ ਰਹੀ ਆ। ਇਸ ਵਿੱਚ ਜੀਵ ਜਿਹੜੇ ਰਹਿ ਰਹੇ ਨੇ, ਮਾਲਿਕ ਜੀ ਕਹਿੰਦੇ ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਰ। ਇਸ ਖੇਡ ਦੇ ਅੰਦਰ, ਇਸ ਸੰਸਾਰ ਦੇ ਅੰਦਰ ਜੀਵ ਜਿਹੜੇ ਚੰਗੇ ਕੰਮ ਕਰ ਰਿਹਾ, ਕੋਈ ਮਾੜੇ ਕਰ ਰਿਹਾ, ਪਰ ਮਾਲਿਕ ਜੀ ਕਹਿੰਦੇ ਵਾਚੇ ਧਰਮ ਹਦੂਰ। ਕਹਿੰਦੇ ਉਹਨਾਂ ਦੇ ਜੀਵਨ ਨੂੰ, ਕੀਤੇ ਹੋਏ ਕਰਮਾਂ ਨੂੰ ਵਾਚਿਆ ਵੀ ਜਾ ਰਿਹਾ ਆ, ਉਹਨਾਂ ਦੀ ਜੀਵਨ ਦੀ ਪਰਖ ਵੀ ਕੀਤੀ ਜਾ ਰਹੀ ਹੈ, ਨਾਲ ਨਾਲ ਹਿਸਾਬ ਕਿਤਾਬ ਵੀ ਹੋ ਰਿਹਾ ਆ। ਪੜ੍ਹ ਕੇ ਆਏ ਨਾ, ਨਾਨਕ ਉੱਤਮ ਨੀਚ ਨਾ ਕੋਏ। ਤੇ ਜਿਹੜੀ ਧਰਤੀ ਆ, ਇਹ ਜਿਹੜੀ ਧਰਮ ਕਮਾਉਣ ਦੀ ਥਾਂ, ਇਹ ਧਰਤੀ ਧਰਮ ਕਮਾਉਣ ਦੀ ਥਾਂ ਬਣੀ ਹੋਈ ਆ। ਇਹਨੇ ਨਿਪਟਾਰਾ ਕਰਦੀ ਹੈ ਕਿ ਚੰਗਾ ਕੌਣ ਆ ਤੇ ਮਾੜਾ ਕੌਣ ਆ। ਹੁਣ ਧਰਤੀ ਕਿਸੇ ਨਾਲ ਝੂਠ ਨਹੀਂ ਬੋਲਦੀ, ਜੋ ਬੀਜਾਂਗੇ ਉਹ ਸਾਨੂੰ ਸਾਡੇ ਸਾਹਮਣੇ ਰਿਜ਼ਲਟ ਦੇਵੇਗੀ, ਉਹੀ ਪੈਦਾ ਹੋਵੇਗਾ। ਇਸੇ ਤਰ੍ਹਾਂ ਗੁਰੂ ਪਿਆਰ ਵਾਲਿਓ, ਜਿਹੜਾ ਧਰਮ ਹੈ ਇਹ ਵੀ ਜਿਹੜਾ ਇਸੇ ਤਰ੍ਹਾਂ ਕਰ ਰਿਹਾ। ਧਰਮ, ਜਿੱਥੇ ਧਰਮ ਹੋਵੇਗਾ ਉੱਥੇ ਇਨਸਾਫ ਹੋਵੇਗਾ, ਜਿੱਥੇ ਧਰਮ ਹੋਵੇਗਾ, ਜਿੱਥੇ ਫਰਜ਼, ਧਰਮ ਕੀ ਆ? ਸੱਚ। ਜਿੱਥੇ ਸੱਚ ਹੋਵੇਗਾ ਉੱਥੇ ਚੰਗੇ ਤੇ ਮਾੜੇ ਦੀ ਪਰਖ ਵੀ ਹੋਵੇਗੀ, ਉੱਥੇ ਚੰਗੇ ਨੂੰ ਇਨਸਾਫ ਮਿਲੇਗਾ ਤੇ ਗੁਰੂ ਪਿਆਰ ਵਾਲੇ ਜਿਹੜਾ ਮਨੁੱਖ ਮਾੜਾ ਉਹਨੂੰ ਵੀ ਇਨਸਾਫ ਮਿਲੇਗਾ। ਭਾਵ ਕਿ ਜਿਹੜਾ ਮਾੜਾ ਉਹਨੂੰ ਸਜ਼ਾ ਮਿਲੇਗੀ, ਚੰਗੇ ਨੂੰ ਜਿਹੜਾ ਉਹਨੂੰ ਸਜ਼ਾ ਨਹੀਂ ਮਿਲੇਗੀ, ਉਹਦੀ ਉਸਤਤ ਹੋਵੇਗੀ, ਵਡਿਆਈ ਹੋਵੇਗੀ। ਪਾਤਸ਼ਾਹ ਜੀ ਕਹਿੰਦੇ ਨੇ ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਰ। ਮਨੁੱਖ ਦੇ ਚੰਗੇ ਮਾੜੇ ਜੀਵਨ ਦੀ ਪਰਖ ਹੋ ਰਹੀ ਆ। ਕੋਈ ਚੰਗੇ ਕੰਮ ਕਰ ਰਿਹਾ, ਕੋਈ ਮਾੜੇ ਕਰ ਰਿਹਾ ਆ। ਹੁਣ ਜਿਹੜਾ ਚੰਗੇ ਕਰ ਰਿਹਾ ਉਹਦਾ ਜੀਵਨ ਚੰਗਾ ਬਣ ਰਿਹਾ ਆ, ਉਹ ਜੀਵਨ 'ਚ ਖੁਸ਼ ਆ, ਉਹਦਾ ਪਰਿਵਾਰ ਵੀ ਸੋਹਣਾ ਬਣ ਰਿਹਾ ਆ। ਤੇ ਜਿਹੜਾ ਮਾੜੇ ਕਰ ਰਿਹਾ ਤੇ ਉਹਦਾ ਜੀਵਨ ਉਹੋ ਜਿਹਾ ਦੁਖੀ ਆ, ਉਹ ਬਿਲਕਦਾ ਆ, ਰੋਂਦਾ ਆ। ਪਾਤਸ਼ਾਹ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਇਹ ਆਪੋ ਆਪਣੇ ਕਰਮਾਂ ਦੇ ਮਾਰੇ ਆ। ਹੁਣ ਅਸੀਂ ਕਹਿੰਦੇ ਜੇ ਸਾਡੇ ਕਰਮ ਚੰਗੇ ਹੁੰਦੇ ਤੇ ਅਸੀਂ ਆਹ ਕੰਮ ਕਰ ਲੈਨੇ, ਕਰਮ ਚੰਗੇ ਹੁੰਦੇ ਤੇ ਗੁਰੂ ਵਾਲੇ ਬਣ ਜਾਂਦੇ, ਕਰਮ ਚੰਗੇ ਹੁੰਦੇ ਤੇ ਬਾਣੀ ਪੜ੍ਹ ਲੈਨੇ, ਕਰਮ ਚੰਗੇ ਹੁੰਦੇ ਤੇ ਗੁਰਦੁਆਰੇ ਆ ਜਾਂਦੇ। ਗੁਰੂ ਪਿਆਰ ਵਾਲੇ ਜਦੋਂ ਕਿਸੇ ਅਸੀਂ ਇਹੋ ਜਿਹੀ ਜਗ੍ਹਾ ਤੇ ਜਾਂਦੇ ਜਿੱਥੇ ਨਾ ਕੋਈ ਚੰਗਿਆਈ ਹੈ, ਨਾ ਕੋਈ ਸੱਚ ਦੀ ਗੱਲ ਹੈ, ਜਿੱਥੇ ਝੂਠ ਸੁਣਾਇਆ ਜਾ ਰਿਹਾ, ਜਿੱਥੇ ਗੰਦਗੀ ਬੋਲੀ ਜਾ ਰਹੀ, ਪਰੋਸੀ ਜਾ ਰਹੀ ਆ, ਉੱਥੇ ਨਹੀਂ ਵੇਖਦੇ ਕਿ ਭਾਈ ਆਹ ਸਾਡੇ ਕਰਮਾਂ 'ਚ ਕਿੱਥੇ ਆ ਗਿਆ। ਉੱਥੇ ਅਸੀਂ ਕਦੀ ਨਹੀਂ ਕਹਿੰਦੇ, ਉੱਥੇ ਹੱਸ ਕੇ ਖੁਸ਼ ਹੋ ਕੇ ਜਾਂਦੇ ਕਿ ਭਾਈ ਇਹ ਤਾਂ ਕਰਮ ਸਾਡੇ ਬੜੇ ਚੰਗੇ ਬਣ ਕੇ, ਅਸੀਂ ਗੰਦੇ ਗੀਤਾਂ ਦਾ ਅਖਾੜਾ ਸੁਣ ਲਿਆ, ਇਹ ਸਾਡੇ ਕਰਮ ਬੜੇ ਚੰਗੇ ਕਿ ਅਸੀਂ ਜਾ ਕੇ ਜਿੱਥੇ ਗੰਦਗੀ ਸੁਣਾਈ ਜਾ ਰਹੀ, ਜਿੱਥੇ ਝੂਠ ਬੋਲਿਆ ਜਾ ਰਿਹਾ, ਜਿੱਥੇ ਨਿੰਦਿਆ ਈਰਖਾ ਸਭ ਕੁਝ ਚੱਲ ਰਹੀ, ਸਾਨੂੰ ਇਹ ਪ੍ਰਾਪਤ ਹੋ ਗਿਆ। ਭਾਵ ਕਿ ਜੇਕਰ ਗੁਰੂ ਕੋਲ ਆਉਣਾ ਹੋਵੇ ਤੇ ਅਸੀਂ ਕਰਮਾਂ ਵੱਲ ਵੇਖਦੇ ਹਾਂ ਕਿ ਭਾਈ ਕਰਮ ਚੰਗੇ ਹੋਣੇ। ਹੁਣ ਜੇ ਕਿਸੇ ਨੇ ਨਸ਼ਾ ਕਰਨਾ ਹੋਵੇ ਉਸ ਵੇਲੇ ਕਰਮਾਂ ਦੀ ਗੱਲ ਨਹੀਂ ਕੀਤੀ ਜਾਂਦੀ, ਉਸ ਵੇਲੇ ਦਾ ਲੱਗਦਾ ਕਿ ਭਾਈ ਜੇ ਹੁਣ ਕਰ ਲਈਏ ਤੇ ਫਿਰ ਠੀਕ ਆ, ਨਹੀਂ ਤਾਂ ਬਾਅਦ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ, ਬਾਅਦ 'ਚ ਪਤਾ ਨਹੀਂ ਕੁਝ ਪ੍ਰਾਪਤ ਹੋਣਾ ਕਿ ਨਹੀਂ ਹੋਣਾ। ਪਾਤਸ਼ਾਹ ਜੀ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੇ ਤੂੰ ਗੁਰੂ ਤੋਂ ਨੇੜੇ ਆ ਤੇ ਇਹ ਤੂੰ ਆਪਣੇ ਕਰਮਾਂ ਕਰਕੇ ਆ, ਤੂੰ ਕਰਮ ਚੰਗੇ ਨਹੀਂ ਕਰਦਾ। ਕਰਮ ਚੰਗੇ ਨਾ ਤਾਂ ਪਿੱਛੋਂ ਲਿਖੇ ਆਉਣੇ ਆ, ਨਾ ਤਾਂ ਕਿਸੇ ਨੇ ਆ ਕੇ ਬਣਾਉਣੇ। ਕਰਮ ਜਿਹੜਾ ਵੀ ਮਨੁੱਖ ਆ ਉਹਨੂੰ ਆਪਣੇ ਕਰਮ ਚੰਗੇ ਆਪ ਬਣਾਉਣੇ ਪੈਣੇ, ਉਹਨਾਂ ਨੂੰ ਕਰਮ ਆਪ ਕਰਨੇ ਪੈਣੇ ਆ। ਤੇ ਗੁਰੂ ਪਿਆਰ ਵਾਲੇ ਮਾਲਿਕ ਜੀ ਕਿ ਜੇਕਰ ਤੂੰ ਚੰਗੇ ਕਰਮ ਕਰੇਗਾ, ਜੇਕਰ ਤੂੰ ਚੰਗੇ ਕੰਮ ਕਰੇਗਾ, ਜੇਕਰ ਗੁਰੂ ਦੇ ਕੋਲ ਆਵੇਂਗਾ ਤੁਰ ਕੇ, ਫਿਰ ਤੂੰ ਗੁਰੂ ਦੀ ਬਾਣੀ ਵੀ ਸੁਣ ਲਵੇਂਗਾ, ਗੁਰੂ ਦੇ ਦਰਸ਼ਨ ਵੀ ਕਰ ਲਵੇਂਗਾ, ਫਿਰ ਗੁਰੂ ਵਾਲਾ ਜੀਵਨ ਵੀ ਬਣਾ ਲਵੇਂਗਾ। ਤੇ ਗੁਰੂ ਪਿਆਰ ਵਾਲੇ ਜੇ ਤੂੰ ਕਰਮ ਚੰਗੇ ਨਹੀਂ ਕਰਦਾ ਤੇ ਗੁਰੂ ਤੋਂ ਦੂਰ ਹੋ ਜਾਵੇਂਗਾ। ਹੁਣ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੀ ਚਰਨੀ ਆ ਗਏ। ਗੁਰੂ ਪਿਆਰ ਵਾਲਿਓ, ਗੁਰੂ ਨਾਨਕ ਸਾਹਿਬ ਦੀ ਕਰਤਾਰਪੁਰ ਦੀ ਧਰਤੀ ਉੱਤੇ ਹਾਲ ਵਾਹ ਰਹੇ ਨੇ, ਖੇਤ ਵਾਹ ਰਹੇ ਨੇ, ਭਾਈ ਲਹਿਣਾ ਜੀ ਆ ਗਏ। ਤੇ ਗੁਰੂ ਪਿਆਰ ਵਾਲਿਓ, ਹੁਣ ਜਿਹੜੇ ਭਾਈ ਲਹਿਣਾ ਆ ਘੋੜੀ ਤੇ ਚੜ੍ਹ ਕੇ ਆਇਆ ਆ ਤੇ ਗੁਰੂ ਨਾਨਕ ਸਾਹਿਬ ਨੂੰ ਪਛਾਣਿਆ ਨਹੀਂ। ਗੁਰੂ ਨਾਨਕ ਸਾਹਿਬ ਜੀ ਕਿਸਾਨ ਦੇ ਰੂਪ ਵਿੱਚ, ਹੁਣ ਕਿਸਾਨ ਜਦੋਂ ਕੰਮ ਕਰਦਾ ਖੇਤਾਂ 'ਚ ਕੱਪੜੇ ਕਿਹੋ ਜਿਹੇ ਹੁੰਦੇ ਆ, ਲਿਬੜੇ ਤਿਬੜੇ ਮਿੱਟੀ ਘੱਟੇ ਦੇ ਨਾਲ ਭਰੇ ਹੋਏ ਆ। ਤੇ ਗੁਰੂ ਪਿਆਰ ਵਾਲੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਸਾਡੇ ਸਾਹਮਣੇ ਇਹੋ ਜਿਹੀ ਪੇਸ਼ ਕੀਤੀ ਕਿ ਜਿਵੇਂ ਗੁਰੂ ਨਾਨਕ ਸਾਹਿਬ ਨੂੰ ਕਦੀ ਕੰਮ ਹੀ ਨਾ ਕੀਤਾ ਹੋਵੇ। ਹੁਣ ਜਿਨ੍ਹਾਂ ਨੇ ਕੰਮ ਨਾ ਕੀਤਾ ਹੋਵੇ ਉਹਨਾਂ ਹੱਥ ਪੈਰ ਬੜੇ ਕੋਮਲ ਹੁੰਦੇ ਆ, ਪਰ ਜਿਨ੍ਹਾਂ ਨੇ ਕੰਮ ਕੀਤਾ ਹੁੰਦਾ ਹੱਥਾਂ ਤੇ ਦੇਖੋ ਕਿਵੇਂ ਰੱਟ ਪਏ ਹੁੰਦੇ, ਕਿਵੇਂ ਹੱਥ ਪਾਟੇ ਹੁੰਦੇ ਆ। ਪਤਾ ਲੱਗਦਾ ਕਿ ਬੰਦਾ ਕੰਮ ਕਰਦਾ ਹੈ, ਮਿਹਨਤ ਕਰਦਾ ਆ।
ਤੇ ਗੁਰੂ ਨਾਨਕ ਸਾਹਿਬ ਜਦੋਂ ਪਛਾਣ ਨਹੀਂ ਕੀਤੀ ਗੁਰੂ ਪਿਆਰ ਵਾਲਿਓ, ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਦੀਆਂ ਘੋੜੀ ਦੀਆਂ ਲਗਾਮਾਂ ਫੜ ਲਈਆਂ ਤੇ ਉਹਨਾਂ ਨੂੰ ਆਖਣ ਲੱਗੇ, ਆਜੋ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਨਾਲ ਮਿਲਾਉਣਾ। ਗੁਰੂ ਨਾਨਕ ਸਾਹਿਬ ਜੀ ਆਪਣੇ ਘਰੇ ਕਰਤਾਰਪੁਰ ਵਿਖੇ ਉੱਥੇ ਲੈ ਗਏ, ਜਿੱਥੇ ਵਿਸ਼ਰਾਮ ਕਰਦੇ। ਗੁਰੂ ਨਾਨਕ ਸਾਹਿਬ ਜੀ ਅੰਦਰ ਗਏ, ਜਾ ਕੇ ਆਪਣੇ ਵਸਤਰ ਬਦਲ ਕੇ ਆਏ ਤੇ ਗੁਰੂ ਪਿਆਰ ਵਾਲਿਓ ਉੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਮੈਨੂੰ ਹੀ ਨਾਨਕ ਕਹਿੰਦੇ ਨੇ। ਇਸ ਕਰਕੇ ਫਿਰ ਭਾਈ ਲਹਿਣਾ ਜੀ ਜਿਹੜੇ ਉੱਠ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਬਹਿ ਗਏ ਤੇ ਗੁਰੂ ਪਿਆਰ ਵਾਲੇ ਆਖਣ ਲੱਗੇ ਕਿ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਕਿ ਮੈਂ ਇਸ ਜਗਤ ਦੇ ਨਾਨਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਤੁਰ ਕੇ ਲਿਆਂਦਾ, ਮੈਂ ਖੁਦ ਘੋੜੀ ਤੇ ਚੜ੍ਹ ਕੇ ਆਇਆ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਲਹਿਣਿਆ, ਅਸਲ ਵਿੱਚ ਜਿਨ੍ਹਾਂ ਨੇ ਕੁਝ ਲੈਣਾ ਹੋਵੇ, ਜਿਹੜੇ ਲਹਿਣੇਦਾਰ ਹੁੰਦੇ ਨੇ, ਉਹ ਘੋੜੀਆਂ ਤੇ ਚੜ੍ਹ ਕੇ ਆਉਂਦੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਜਿਸ ਤਰ੍ਹਾਂ ਤੁਸੀਂ ਘੋੜੀ ਦੀਆਂ ਬਾਂਗਾਂ ਫੜੀਆਂ ਨੇ, ਮੈਨੂੰ ਲੈ ਕੇ ਆਏ ਹੋ, ਇਸੇ ਤਰ੍ਹਾਂ ਮੇਰੇ ਮਨ ਦੀਆਂ ਬਾਂਗਾਂ ਵੀ ਫੜ ਲਓ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ। ਤੇ ਗੁਰੂ ਪਿਆਰ ਵਾਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜੋ ਸਾਨੂੰ ਵਿਚਾਰ ਸਿਧਾਂਤ ਦਿੱਤਾ ਨਾ, ਉਹ ਸਾਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਪੈਣਾ। ਜੇਕਰ ਅਸੀਂ ਗੁਰੂ ਨਾਨਕ ਦੀ ਵਿਚਾਰ ਮੁਤਾਬਕ ਚੱਲਾਂਗੇ, ਸਾਡਾ ਜੀਵਨ ਉਹਨਾਂ ਦੇ ਚਰਨਾਂ ਨਾਲ ਜੁੜ ਜਾਵੇਗਾ। ਅਕਸਰ ਮੈਂ ਇਹ ਗੱਲ ਕਹਿਣਾ ਕਿ ਤੁਹਾਨੂੰ ਜਿਹੜੀਆਂ ਬਾਹਰੀ ਤੌਰ ਤੇ ਕਾਲਪਨਿਕ ਤਸਵੀਰਾਂ ਬਣੀਆਂ ਹੋਈਆਂ ਨਾ, ਉਹਨਾਂ ਤਸਵੀਰਾਂ ਨੂੰ ਵੇਖਣ ਦੀ ਲੋੜ ਨਹੀਂ। ਜੇ ਬਣੀਆਂ ਨੇ ਉਹਨਾਂ ਦਾ ਸਤਿਕਾਰ ਕਰੋ, ਰਿਸਪੈਕਟ ਕਰੋ, ਰੱਖੋ, ਪਰ ਅਸਲ ਵਿੱਚ ਉਹ ਗੁਰੂ ਸਾਹਿਬਾਨ ਦੀਆਂ ਅਸਲੀ ਤਸਵੀਰਾਂ ਨਹੀਂ ਹੈ। ਜੇਕਰ ਅਸੀਂ ਇਹ ਗੱਲ ਆਖੀਏ ਗੁਰੂ ਨਾਨਕ ਸਾਹਿਬ ਦੀ ਤਸਵੀਰ ਵੇਖਣੀ ਆ ਤੇ ਉਹਨਾਂ ਦੀ ਬਾਣੀ ਜਪਜੀ ਸਾਹਿਬ ਪੜ੍ਹੋ, ਉਹਨਾਂ ਦੀ ਗੁਰਬਾਣੀ ਵਿੱਚ ਉਹਨਾਂ ਦੀ ਤਸਵੀਰ ਵੇਖੋ, ਉਹਨਾਂ ਦੇ ਵਿਚਾਰ ਦੇਖੋ ਕਿ ਗੁਰੂ ਨਾਨਕ ਸਾਹਿਬ ਦਾ ਸੁਭਾਅ ਕਿਹੋ ਜਿਹਾ ਹੋਵੇਗਾ। ਉਹ ਸੱਚ ਨੂੰ ਸੱਚ ਕਹਿਣਾ ਜਾਣਦੇ ਨੇ। ਜੇ ਕਲਗੀਧਰ ਪਾਤਸ਼ਾਹ, ਜੇ ਗੁਰੂ ਅੰਗਦ ਸਾਹਿਬ ਜੀ, ਜੇ ਗੁਰੂ ਅਰਜਨ ਸਾਹਿਬ ਜੀ, ਉਹਨਾਂ ਦੀ ਤਸਵੀਰ ਵੇਖਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਬਾਣੀ ਦੇ ਵਿੱਚੋਂ ਤਸਵੀਰ ਲੱਭੋ। ਗੁਰੂ ਗ੍ਰੰਥ ਸਾਹਿਬ ਜਿਹੜੇ 35 ਮਹਾਂਪੁਰਖ ਬੈਠੇ ਹੋਏ ਨੇ, ਕੀਤੇ ਨਹੀਂ ਗਏ। ਗੁਰੂ ਨਾਨਕ ਸਾਹਿਬ ਜੀ ਸਾਡੇ ਕੋਲ ਆ, ਗੁਰੂ ਅੰਗਦ ਸਾਹਿਬ, ਸਾਰੇ ਗੁਰੂ ਸਾਹਿਬਾਨ ਸਾਡੇ ਕੋਲ ਆ। ਤੇ ਗੁਰੂ ਪਿਆਰ ਵਾਲੇ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਮਹਾਰਾਜ ਜੀ, ਭਗਤ ਕਬੀਰ ਜੀ, ਇਹਨਾਂ ਦੀ ਤਸਵੀਰ ਵੇਖਣੀ, ਇਹਨਾਂ ਦੀ ਬਾਣੀ ਪੜ੍ਹੋ, ਤੁਹਾਨੂੰ ਉਹਨਾਂ ਦੀ ਤਸਵੀਰ ਨਜ਼ਰ ਆਵੇਗੀ ਕਿਵੇਂ ਉਹ ਆਪਣੇ ਸਮੇਂ ਦੇ ਅੰਦਰ ਵੀ ਉਹ ਡੰਕੇ ਦੀ ਚੋਟ ਉੱਤੇ ਸੱਚ ਦਾ ਪਹਿਰਾ ਦਿੰਦੇ ਸੀ, ਸੱਚ ਦੇ ਹੱਕ ਵਿੱਚ ਬੋਲਦੇ ਸੀ, ਜ਼ੁਲਮ ਦੇ ਖਿਲਾਫ ਬੋਲਦੇ ਸੀ। ਤੇ ਇਸ ਪਾਤਸ਼ਾਹ ਜੀ ਬਚਨ ਕਰਦੇ ਨੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਸਾਡੇ ਕਰਮਾਂ ਤੇ ਡਿਪੈਂਡ ਕਰਦਾ ਆ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਕਰਨੇ ਹੀ ਧਰਮ ਹੈ। ਤੇ ਜੇ ਨਿਰਮਲ ਕਰਮ ਕਰਾਂਗੇ ਗੁਰੂ ਦੇ ਨੇੜੇ ਆ, ਤੇ ਜੇਕਰ ਅਸੀਂ ਮੈਲੇ ਕੰਮ ਕਰਾਂਗੇ ਤੇ ਗੁਰੂ ਤੋਂ ਦੂਰ ਆ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਨਾਮ ਨੂੰ ਸਿਮਰਿਆ, ਜੀਵਨ 'ਚ ਕਮਾ ਲਿਆ ਜਿਨ੍ਹਾਂ ਨੇ, ਉਹ ਸੰਸਾਰ ਅੰਦਰ ਕਹਿੰਦੇ ਆਪਣੀ ਘਾਲ ਮਿਹਨਤ ਕਹਿੰਦੇ ਸਫਲੀ ਕਰ ਗਏ। ਗੁਰੂ ਪਿਆਰ ਵਾਲਿਓ, ਸਾਹਿਬਜ਼ਾਦਿਆਂ ਨੇ ਮਿਹਨਤ ਸਫਲੀ ਕਰ ਲਈ, ਘਾਲਣਾ ਜਿਹੜੀ ਘਾਲੀ ਸੀ ਉਹ ਸਫਲ ਹੋ ਗਏ। ਉਹਦੇ ਵਿੱਚੋਂ ਜਿਹੜਾ ਉਹਨਾਂ ਪ੍ਰੀਖਿਆ ਸੀਗੀ, ਉਹ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਗਏ। ਤੇ ਪਾਤਸ਼ਾਹ ਕਹਿੰਦੇ ਨੇ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਪਾਤਸ਼ਾਹ ਕਹਿੰਦੇ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਨੇ, ਸੋਹਣੇ ਹੋ ਜਾਂਦੇ ਨੇ ਕੇਤੀ ਛੁੱਟੀ ਨਾਲ। ਕਹਿੰਦੇ ਉਹਨਾਂ ਦਾ ਜੀਵਨ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ। ਛੁੱਟੀ ਦਾ ਮਤਲਬ ਕੀ ਆ? ਆਜ਼ਾਦੀ ਮਿਲਣੀ। ਸਕੂਲ ਚੋਂ ਜਿਵੇਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤੇ ਬੱਚੇ ਸਕੂਲ ਤੋਂ ਆਜ਼ਾਦ ਹੋ ਜਾਂਦੇ ਨੇ, ਸਕੂਲ ਤੋਂ ਬਾਹਰ ਆ ਜਾਂਦੇ। ਇਸੇ ਤਰ੍ਹਾਂ ਸਾਡੇ ਜੀਵਨ ਵਿੱਚੋਂ ਵੀ ਵਿਕਾਰਾਂ ਦੀ ਛੁੱਟੀ ਹੋ ਜਾਂਦੀ ਆ। ਸਾਡਾ ਜੀਵਨ ਵੀ ਮਾਇਆ ਮੋਹ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਆ ਜਦੋਂ ਅਸੀਂ ਮਾਲਕ ਦੇ ਨਾਮ ਨੂੰ ਧਿਆਵਾਂਗੇ। ਇਹ ਜਿਹੜੀ ਘਾਲ ਹੈ, ਇਹ ਜਿਹੜੀ ਮਸ਼ੱਕਤ ਹੈ, ਜਿਹੜੀ ਮਿਹਨਤ ਹੈ, ਇਹ ਸਫਲੀ ਕਰ ਲਵਾਂਗੇ। ਸਾਡਾ ਜੀਵਨ ਉਜਲਾ ਬਣ ਜਾਵੇਗਾ, ਸਾਡਾ ਮਨ ਸੋਹਣਾ ਬਣ ਜਾਵੇਗਾ। ਮਨ ਸੋਹਣਾ ਬਣ ਗਿਆ, ਸਾਡਾ ਜੀਵਨ ਸੋਹਣਾ ਬਣ ਗਿਆ। ਸਾਡੇ ਜੀਵਨ 'ਚ ਕੂੜ ਦੀ ਪਾਲ ਖਤਮ ਹੋ ਜਾਵੇਗੀ, ਟੁੱਟ ਜਾਵੇਗੀ। ਕਿਵੇਂ ਹੋਵੇਗੀ? ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਸ ਤਰ੍ਹਾਂ ਸਾਡਾ ਜੀਵਨ ਸਚਿਆਰਾ ਬਣੇਗਾ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ। ਗੁਰੂ ਪਿਆਰ ਵਾਲਿਓ, ਸਤਿਗੁਰੂ ਦੀ ਕਿਰਪਾ ਰਹਿਮਤ ਸਦਕਾ, ਆਪ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਅਸੀਂ ਅੱਜ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਦੀ ਜਿਹੜੀ ਵਿਚਾਰ ਹੈ ਉਹ ਸੰਪੂਰਨ ਕੀਤੀ ਹੈ। ਜੇਕਰ ਕਿਸੇ ਨੂੰ ਜਪ ਬਾਣੀ ਦੀ ਵਿਚਾਰ ਵਿੱਚੋਂ ਕਿਸੇ ਪੌੜੀ ਦੀ ਜਾਂ ਕਿਸੇ ਅਰਥ ਦੀ ਸਮਝ ਨਾ ਲੱਗੀ ਹੋਵੇ, ਸਤਿਗੁਰ ਨੇ ਜਿੰਨੀ ਸੋਝੀ ਬਖਸ਼ਿਸ਼ ਕੀਤੀ ਹੈ ਉਹਦੇ ਮੁਤਾਬਕ ਆਪ ਜੀ ਨੂੰ ਜ਼ਰੂਰ ਦੱਸਾਂਗੇ। ਆਪ ਜੀ ਨੇ ਜ਼ਰੂਰ ਪੁੱਛਣਾ ਹੈ।
ਤਾਂ ਜੋ ਅਸੀਂ ਰਲ ਮਿਲ ਕਰਕੇ ਇਸ ਤਰ੍ਹਾਂ ਗੁਰਬਾਣੀ ਦੀ ਵਿਚਾਰ ਕਰੀਏ, ਇਹਨੂੰ ਸਮਝੀਏ, ਫਿਰ ਇਹਨੂੰ ਜੀਵਨ ਦੇ ਵਿੱਚ ਅਪਣਾਈਏ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਬਾਣੀ ਦੀ ਜਿਹੜੀ ਵਿਚਾਰ ਆਰੰਭ ਕਰਾਂਗੇ, ਤਾਂ ਜੋ ਅਸੀਂ ਸਤਿਗੁਰੂ ਦੀ ਬਾਣੀ ਨੂੰ ਵਿਚਾਰ ਕੇ ਅਸੀਂ ਆਪਣੇ ਜੀਵਨ ਨੂੰ ਸਚਿਆਰਾ ਬਣਾ ਸਕੀਏ। ਸਤਿਗੁਰੂ ਦੀ ਕਿਰਪਾ ਰਹਿਮਤ ਕਰਨ। ਆਓ ਫਤਿਹ ਨਾਲ ਸਾਂਝ ਪਾਈਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।